साहब ते चाचा जी ने जो मैनू ये लाइन दी है ये साडी फाइनैंशियल भी साडी मददगार होंदी है तो एक रैपूटेशन एक वक्री पहचान भी साडी बनती है जिस दे बदौलत सानू 2008 के नैशनल अवार्ड मिले तो 2015 में स्टेट अवार्ड मिले तो 2021 के रत्ने पंजाब का अवार्ड मिले। सो इसलिए जदों दोवें चीज़ां सानू इत्थे रह के मिलन इस पंजाब की धरती ते तो सानू फिर बाहर जाने की जरूरत नहीं। मशरूम तुसी ऑर्गेनिक बनाउने हो, इहदा प्रोसैस की है थोड़ा समझाओ जी सानू। ਇਹਦਾ ਮੇਨ ਜਾਂ ਬੇਸਿਕ ਜੋ ਬੇਸ ਮਟੀਰੀਅਲ ਹੈ ਉਹ ਹੈਗਾ ਹੀ ਆ ਸਾਡੀ ਤੂੜੀ। ਪ੍ਰੀ ਵੈਟਿੰਗ ਇਸ ਵਿੱਚ 68% ਮੋਇਸਚਰ ਮੇਨਟੇਨ ਕਰਨਾ ਹੁੰਦਾ ਹੈ ਜੋ ਕਿ ਅਸੀਂ ਸਾਰਾ ਟੋਟਲ ਰੀਸਰਕੂਲੇਸ਼ਨ ਸਿਸਟਮ ਰੱਖਿਆ। ਪਾਣੀ ਦੀ ਵੇਸਟ ਨਹੀਂ ਹੁੰਦੀ, ਜਿਹੜਾ ਟੋਟਲ ਪਾਣੀ ਆ ਉਹ ਸਾਰਾ ਰੀਸਰਕੂਲੇਟ ਹੋ ਰਿਹਾ। ਮਸ਼ੀਨਾਂ ਲੱਗੀਆਂ ਹੋਈਆਂ ਨੇ, ਆਟੋਮੈਟਿਕ ਸਭ ਕੁਝ ਹੋ ਰਿਹਾ। ਨਹੀਂ ਭਾਜੀ, ਜਦੋਂ ਪਾਣੀ ਤੇ ਨਾਈਟ੍ਰੋਜਨ ਮਿਕਸ ਹੋ ਜਾਵੇ ਤਾਂ ਆਟੋਮੈਟਿਕ ਹੀਟ ਪ੍ਰੋਡਿਊਸ ਹੋ ਜਾਂਦੀ ਹੈ। ਇਹ ਜੋ ਇਸ ਦੀ ਆਪਦੀ ਹੀਟ ਹੁੰਦੀ ਹੈ। ਬਾਕੀ ਪਿੱਛੇ ਸਾਡੇ ਕੋਲ ਬੋਇਲਰ ਤੇ ਬਲੋਰ ਵੀ ਕਿਤੇ ਸਰਦੀਆਂ ਵਿੱਚ ਟੈਂਪਰੇਚਰ ਪ੍ਰੋਬਲਮ ਆ ਜਾਵੇ ਤੇ ਅਸੀਂ ਬੋਇਲਰ ਜਰੀਏ ਉਹਨੂੰ ਸਟੀਮ ਦੇ ਕੇ ਤਾਂ ਟੈਂਪਰੇਚਰ ਮੇਨਟੇਨ ਕਰ ਸਕਦੇ। ਥਰਮੋਫੋਲਿਕ ਫੰਗਸ ਤੇ ਐਕਟੋਮਾਈਸਿਨ ਦੋ ਫੰਗਸ ਹੁੰਦੀਆਂ ਜੋ ਕਿ ਥਰਮੋਫੋਲਿਕ ਫੰਗਸ ਹੈ ਮਸ਼ਰੂਮ ਨੂੰ ਗਰੋ ਕਰਦੀ ਹੈ। ਜਿਹੜੀ ਐਕਟੋਮਾਈਸਿਨਸ ਹੈ ਸਪੌਨ ਗਰੋ ਕਰਨ ਵਿੱਚ ਮਦਦ ਕਰਦੀ ਹੈ ਤੇ ਦੋਵੇਂ 52 ਤੋਂ 48 ਡਿਗਰੀ ਦੇ ਵਿੱਚ ਪੈਦਾ ਹੁੰਦੀਆਂ ਨੇ। ਗੱਲਾਂ ਤੋਂ ਮੈਨੂੰ ਲੱਗ ਰਿਹਾ ਵੀ ਤੁਸੀਂ ਕੈਮਿਸਟਰੀ ਵੀ ਬੜੀ ਵਧੀਆ ਜਾਣਦੇ ਹੋ, ਫਿਜ਼ਿਕਸ ਵੀ ਬੜੀ ਵਧੀਆ ਜਾਣਦੇ ਹੋ ਤੇ ਬਾਇਓਲੋਜੀ ਵੀ ਬਹੁਤ ਸ਼ਾਨਦਾਰ ਤੁਸੀਂ ਜਾਣਦੇ ਹੋ। ਬੱਚਾ ਜਿਵੇਂ ਕਹਿੰਦੇ ਹੁੰਦੇ ਨਾ ਵੀ ਤਖਾਣਾ ਦਾ ਜਿਹੜਾ ਨਿਆਣਾ ਉਹ ਤਾਂ ਛੋਟੇ ਹੁੰਦੇ ਰੰਦਾ ਸਾਫ ਮਾਰਦਾ, ਜੱਟਾਂ ਦਾ ਜਿਹੜਾ ਮੁੰਡਾ ਉਹ ਨੱਕੇ ਮੋੜਨੇ ਸਿੱਖ ਜਾਂਦਾ। ਇਸੇ ਤਰ੍ਹਾਂ ਮੈਨੂੰ ਜੋ ਵਿਰਾਸਤ ਵਿੱਚ ਮਸ਼ਰੂਮ ਮਿਲੀ ਤਾਂ ਮੈਂ ਇਸ ਨੂੰ ਦੇਖਦੇ ਕੀ ਸਿੱਖ ਗਿਆ। ਇਹ ਮਸ਼ੀਨਾਂ ਲੱਗੀਆਂ ਨੇ, ਇਹ ਪੰਜਾਬ ਇੰਡੀਆ ਤੋਂ ਤਾਂ ਨਹੀਂ ਬਣੀਆਂ ਹੋਣਗੀਆਂ, ਇਹ ਕਿਹੜੇ-ਕਿਹੜੇ ਮੁਲਕਾਂ ਤੋਂ ਤੁਸੀਂ ਮੰਗਵਾਈਆਂ ਨੇ? ਇਹ ਟੋਟਲ ਅਸੀਂ ਜਰਮਨ ਤੋਂ ਹੀ ਕੂਲਿੰਗ ਸਿਸਟਮ ਪੋਰਟ ਕਰਵਾਇਆ ਤੇ ਜਿਹੜੇ ਇਹਦੇ ਇੰਡੋਰ ਯੂਨਿਟ ਆ ਉਹ ਅਸੀਂ ਨਿਊਜ਼ੀਲੈਂਡ ਚੋਂ ਕਰਵਾਇਆ ਤੇ ਹਿਊਮਿਡਿਟੀ ਵਾਲਾ ਸਿਸਟਮ ਸਾਰਾ ਅਸੀਂ ਇਜ਼ਰਾਈਲ ਚੋਂ ਇੰਪੋਰਟ ਕਰਵਾਇਆ। ਰੂਮਸ ਦਾ ਸਾਰਿਆਂ ਦਾ ਵੱਖੋ ਵੱਖਰੀ ਟੈਂਪਰੇਚਰ ਰੱਖਿਆ ਸਰ? ਜੀ ਹਰ ਇੱਕ ਜਿਹੜੀ ਆ ਰੂਮ ਆ ਅਲੱਗ-ਅਲੱਗ ਸਟੇਜ ਤੇ ਆ। ਜਿਹੜਾ ਇਸ ਦਾ ਬੀਜ ਆ ਉਹ 20 ਤੋਂ 22 ਡਿਗਰੀ ਟੈਂਪਰੇਚਰ ਤੇ ਗਰੋ ਕਰਦਾ। ਜਿਹੜੀ ਮਸ਼ਰੂਮ ਆ ਉਹ 14 ਤੋਂ 16 ਡਿਗਰੀ ਟੈਂਪਰੇਚਰ ਤੇ ਗਰੋ ਕਰਦੀ। ਦਾ ਬੀਜ ਜਿਹੜਾ ਆ ਮਸ਼ਰੂਮ ਦਾ ਉਹ ਧਰਤੀ ਦੇ ਵਿੱਚ ਜਾਂ ਮਿੱਟੀ ਦੇ ਨਾਲ ਕੁਝ ਉਸ ਤਰੀਕੇ ਨਾਲ ਨਹੀਂ ਉੱਗਦਾ? ਨਹੀਂ ਭਾਜੀ, ਜਿਹੜੀ ਮਸ਼ਰੂਮ ਆ ਇਹ ਫੰਗਸ ਦਾ ਪੌਦਾ। ਇਹਦੇ ਵਿੱਚ ਜਿਹੜਾ ਆ ਇਹਦਾ ਬੀਜ ਆ ਬੇਸਿਕ ਜਿਹੜਾ ਉਹਦਾ ਬੇਸ ਆ ਉਹ ਅਸੀਂ ਕਣਕ ਦੇ ਦਾਣੇ ਤੋਂ ਲੈਂਦੇ ਹਾਂ। ਬੇਸਿਕ ਮੱਕੀ ਤੇ ਬਾਜਰੇ ਦੇ ਦਾਣੇ ਤੇ ਵੀ ਹੋ ਜਾਂਦਾ, ਬਟ ਮੱਕੀ ਦਾ ਦਾਣਾ ਥੋੜਾ ਜਿਹਾ ਮੋਟਾ ਹੋ ਜਾਂਦਾ ਤੇ ਬਾਜਰੇ ਦਾ ਬਰੀਕ ਆ, ਜਿਹੜਾ ਕਣਕ ਦਾ ਥੋੜਾ ਮੀਡੀਅਮ ਹੁੰਦਾ। ਬੀ ਕਿਵੇਂ ਬਣਾ ਰਹੇ ਹੋ ਇਹ ਇੱਕ ਵਾਰੀ ਦਿਖਾ ਦਿਓ ਸਾਨੂੰ ਵੀ ਤੁਸੀਂ ਬੀ ਕਿਵੇਂ ਡਿਵੈਲਪ ਹੁੰਦਾ। ਇਹ ਚੀਜ਼ਾਂ ਤੁਸੀਂ ਵਿਦੇਸ਼ਾਂ ਦੇ ਵਿੱਚ ਦੇਖੀਆਂ ਹੋਣਗੀਆਂ ਕਿ ਇਸ ਤਰੀਕੇ ਨਾਲ ਬਣਦੀਆਂ ਨੇ। ਤੇ ਇਹਦਾ ਵੀ ਇਹ ਦੇਖੋ ਤੁਸੀਂ, ਇਹ ਗਰੋ ਹੋਣਾ ਸ਼ੁਰੂ ਹੋ ਗਿਆ। ਆਹ ਦੇਖੋ ਇਸ ਫੰਗਸ ਜਿਹੜੀ ਆ ਇਹ ਗਰੋ ਹੋਣੀ ਸ਼ੁਰੂ ਹੋ ਗਈ ਹੈ ਤੇ 5 ਤੋਂ 7 ਦਿਨ ਦੇ ਵਿੱਚ ਇਹ ਪ੍ਰੋਪਰ ਵਾਈਟ ਹੋ ਜਾਏਗਾ। ਤਿਆਰ ਹੋਣ ਤੇ ਕੁੱਲ ਸਮਾਂ ਕਿੰਨਾ ਲੱਗਦਾ, ਕਿੰਨੇ ਦਿਨ ਲੱਗਦੇ? 12 ਦਿਨ ਦੇ ਵਿੱਚ ਹੋ ਜਾਂਦਾ। 12 ਕੰਡੀਸ਼ਨ ਕਿੰਨੇ ਦਿਨਾਂ ਦਾ ਹੋਊਗਾ ਜਿਹੜਾ ਇਹ ਬੀ ਤੁਸੀਂ ਦਿਖਾ ਰਹੇ ਹੋ? ਇਹ 5 ਦਿਨ ਹੋਏ ਜੀ। ਇਹ 5 ਦਿਨ। ਬੀ ਬਣਨ ਤੋਂ ਬਾਅਦ ਕੀ ਕੁਝ ਕੀਤਾ ਜਾਣਾ ਹੈ? ਤਾਂ ਹਰਮਨ ਬੀ ਜਦੋਂ 12 ਦਿਨ ਦਾ ਤਿਆਰ ਹੋ ਗਿਆ ਤਾਂ ਉਸ ਤੋਂ ਬਾਅਦ ਕੀ ਕੁਝ ਹੋਣਾ ਹੈ? ਤੁਸੀਂ ਦੇਖ ਸਕਦੇ ਹੋ ਛੋਟੀ ਛੋਟੀ ਮਸ਼ਰੂਮ ਜਿਹੜੀ ਹੈ ਬਣਨੀ ਸਟਾਰਟ ਹੋ ਗਈ ਹੈ। ਸਪੌਨ ਫੈਲਣ ਤੋਂ ਬਾਅਦ, ਬੀਜ ਫੈਲਣ ਤੋਂ ਬਾਅਦ ਇਹ ਕਰ ਕੇਸਿੰਗ ਨਹੀਂ ਪਾਉਂਦੇ ਤਾਂ ਆਪਾਂ ਮੈਨੂੰ 6 ਮਹੀਨੇ ਰੱਖ ਛੱਡੋ, ਮਸ਼ਰੂਮ ਨਹੀਂ ਆਏਗੀ। ਬੇਸਿਕ ਅਸੀਂ ਜਦੋਂ ਇਹ ਕੇਸਿੰਗ ਇਹਦੇ ਉੱਤੇ ਪਾਉਂਦੇ ਆ, ਕਿਸਮ ਦਾ ਅਸੀਂ ਸ਼ੌਕ ਦਿੰਦੇ ਆ ਇਹਨੂੰ ਵੀ ਤੈਨੂੰ ਮਾਰ ਦੇਣਾ। ਜਿਹੜੀ ਫੰਗਸ ਆ ਉਹ ਇੱਕ ਕਿਸਮ ਦਾ ਮਹਿਸੂਸ ਕਰਦੀ ਵੀ ਮੈਨੂੰ ਮਾਰ ਦੇਣਾ ਤੇ ਡਰ ਦੇ ਵਿੱਚ ਆਪਣੇ ਬਚਾਅ ਦੇ ਵਿੱਚ ਆਪਣਾ ਰੂਪ ਜਿਹੜਾ ਬਦਲਦੀ ਹੈ ਤੇ ਉਹ ਕਨਵਰਟ ਮਸ਼ਰੂਮ ਦੇ ਵਿੱਚ ਹੋ ਜਾਂਦੀ ਹੈ। ਦੇ ਮਾਲ ਤੇ ਕਿਉਂ ਭਰੋਸਾ ਕੀਤਾ ਜਾਵੇ, ਕਿੱਦਾਂ ਭਰੋਸਾ ਕੀਤਾ ਜਾਵੇ, ਜੇ ਚੈੱਕ ਕਰਨਾ ਤੇ ਕਿੱਥੇ ਕੀਤਾ ਜਾਵੇ ਜਾਂ ਕਿਵੇਂ ਭਰੋਸਾ ਕੀਤਾ ਜਾਵੇ? ਭਾਜੀ ਖਾ ਕੇ ਪਤਾ ਲੱਗ ਜਾਣਾ। ਹਾਂ, ਉਸ ਦਾ ਸਵਾਦ ਅਲੱਗ ਹੋਏਗਾ, ਉਸ ਦੀ ਸੋਲਿਡਨੈਸ ਹੋਏਗੀ, ਉਸ ਦੇ ਜਿਹੜੇ ਗਿਲਸ ਆ ਉਹ ਪ੍ਰੋਪਰ ਨਾਲ ਸੋਲਿਡ ਹੋਣਗੇ।
ਤੁਹਾਨੂੰ ਫਾਈਨਲ ਪ੍ਰੋਡਕਸ਼ਨ ਦਿਖਾਉਂਦੇ ਆ ਕਿ ਫਾਈਨਲ ਪ੍ਰੋਡਕਸ਼ਨ ਬਣ ਕੇ ਤਿਆਰ ਹੋ ਚੁੱਕੀ ਹੈ। ਇਹ ਸਰ 24 ਘੰਟੇ ਤੱਕ ਇਹਦੀ ਪ੍ਰੋਪਰ ਪਲਕਿੰਗ ਵਾਸਤੇ ਰੈਡੀ ਹੋ ਜਾਏਗੀ। ਬੇਸਿਕਲੀ ਇਹ ਸੈਕੰਡ ਕ੍ਰੌਪ ਆ, ਤੇ ਜਿਵੇਂ ਬਰਸੀਨ ਦੇ ਲੌ ਨਹੀਂ ਹੁੰਦੇ ਵੀ ਇੱਕ ਲੌ ਵੱਢ ਲਿਆ ਤਾਂ ਦੂਜਾ ਆ ਗਿਆ, ਤੋ ਇਹ ਤਾਂ ਇੱਕ ਸਾਈਕਲ ਹੈ ਜੀ। ਐਗਰੀਕਲਚਰ ਦੀ ਵੇਸਟ ਅਸੀਂ ਮਸ਼ਰੂਮ ਯੂਜ਼ ਕੀਤੀ ਤੇ ਮਸ਼ਰੂਮ ਦੀ ਵੇਸਟ ਮੁੜ ਕੇ ਫਿਰ ਐਗਰੀਕਲਚਰ ਯੂਜ਼ ਕਰਦੇ। ਆ ਤੁਸੀਂ ਕੱਟ ਕੇ ਰੱਖੇ ਵੀ ਹੋਏ ਆ, ਵੱਖਰੇ ਵੱਖਰੇ ਸਾਈਜ਼ ਵੀ ਹੈਗੇ ਆ। ਦੇਖੋ ਕਿ ਕਿੱਡੇ ਸ਼ਾਨਦਾਰ ਤਰੀਕੇ ਨਾਲ ਐਡੀ ਸਫਾਈ ਵਾਲੀ ਜਿਹੜੀ ਮਸ਼ਰੂਮ ਆ ਮੈਂ ਪਹਿਲੀ ਵਾਰੀ ਦੇਖ ਰਿਹਾ, ਨਹੀਂ ਤਾਂ ਮੈਂ ਤਾਂ ਹਰਮਨ ਦਾਗੀ ਜਿਹੀ ਦੇਖੀ ਅੱਜ ਕੱਲ੍ਹ। ਕੰਪਨੀ ਦੇ ਨਾਲ ਹੀ ਲਿੰਕ ਕੀਤਾ ਕਿ ਜਾਂ ਜੇ ਤੁਹਾਡੇ ਕੋਲ ਕੋਈ ਪਿੰਡ ਵਾਲਾ ਆਵੇ ਜਾਂ ਕੋਈ ਨੇੜੇ ਤੇੜੋਂ ਆਵੇ ਉਹਨਾਂ ਨੂੰ ਵੀ ਦੇ ਦਿੰਦੇ ਹੋ? ਨਹੀਂ ਉਹਨਾਂ ਨੂੰ ਵੀ ਦਿੱਤੀ ਜੀ ਆਪਣਾ ਭਾਈਚਾਰਕ ਸਾਂਝ ਤਾਂ ਰੱਖਣੀ ਪੈਂਦੀ ਹੈ। ਕਿ ਕੋਈ ਕੈਨੇਡਾ ਨਹੀਂ ਗਏ, ਅਮਰੀਕਾ ਨਹੀਂ ਗਏ, ਉਹਦਾ ਮਲਾਲ ਤੇ ਨਹੀਂ ਮਨ ਦੇ ਵਿੱਚ? ਖੁਸ਼ੀ ਆ ਬਹੁਤ ਜ਼ਿਆਦਾ ਜੀ ਕਿ ਨਹੀਂ ਗਏ। ਹਾਂਜੀ, ਜੇ ਚਲ ਜਾਂਦੇ ਮੈਂ ਫਸ ਜਾਣਾ ਸੀ। ਸਾਡੀ ਪਹਿਚਾਣ ਈਵਨ ਕੱਲ੍ਹ ਹੀ ਇੱਕ ਕੈਨੇਡਾ ਦੀ ਕੈਲਗਰੀ ਦੀ ਆ ਪਾਰਟੀ, ਉਹਨਾਂ ਦੇ ਰਿਲੇਟਿਵ ਇੱਥੇ ਮਸ਼ਰੂਮ ਗਰੋ ਕਰ ਰਹੇ, ਤੇ ਉਹ ਸਪੈਸ਼ਲ ਫੋਨ ਆਇਆ ਸੀ ਵੀ ਸਾਨੂੰ ਪਿਛਲੀ ਵਾਰੀ ਤੁਹਾਡੇ ਕੋਲ ਵੀਜ਼ ਨਹੀਂ ਮਿਲਿਆ, ਇਸ ਵਾਰ ਸਾਡਾ ਬੁੱਕ ਕਰ ਲਓ। ਹੁਣ ਤੁਸੀਂ ਸਾਡੇ ਕੋਲ ਆਏ ਆ, ਮਸ਼ਰੂਮ ਫਾਰਮ ਸੀਗਾ, ਜੇ ਅਸੀਂ ਨਾ ਹੁੰਦਾ ਜਾਂ ਮੈਂ ਕੈਨੇਡਾ ਹੀ ਗਿਆ ਹੁੰਦਾ ਤਾਂ ਤੁਸੀਂ ਸਾਡੇ ਕੋਲ ਥੋੜ੍ਹਾ ਹੋਣਾ ਸੀ। ਅਕਸਰ ਅਸੀਂ ਕਿਸਾਨਾਂ ਨੂੰ ਇਹ ਗੱਲ ਕਹਿੰਦੇ ਸੁਣਿਆ ਏ ਕਿ ਹੁਣ ਖੇਤੀ ਲਾਹੇਵੰਦ ਧੰਦਾ ਨਹੀਂ ਰਹਿ ਗਈ, ਪਰ ਜਿਹੜੇ ਕਿਸਾਨ ਲੀਹ ਤੋਂ ਹਟ ਕੇ ਕੰਮ ਕਰਦੇ ਨੇ ਉਹ ਕਾਮਯਾਬ ਵੀ ਹੁੰਦੇ ਨੇ ਅਤੇ ਖੇਤੀ ਨੂੰ ਲਾਹੇਵੰਦ ਧੰਦਾ ਵੀ ਕਹਿੰਦੇ ਨੇ। ਇੱਕ ਵੱਖਰੀ ਤਰ੍ਹਾਂ ਦੀ ਖੇਤੀਬਾੜੀ ਕਰ ਰਹੇ ਨੇ। ਟਾਂਡੇ ਦੇ ਕੋਲ ਪਿੰਡ ਪੈਂਦਾ ਏ ਬੁੱਢੀ, ਇੱਥੋਂ ਦੇ ਕਿਸਾਨ ਮਸ਼ਰੂਮ ਦੀ ਖੇਤੀ ਕਰ ਰਹੇ ਨੇ। ਪਿਛਲੇ 3 ਦਹਾਕਿਆਂ ਤੋਂ ਇਹ ਲਗਾਤਾਰ ਇਹੀ ਖੇਤੀ ਕਰ ਰਹੇ ਨੇ। ਫਸਲੀ ਚੱਕਰ ਦੇ ਵਿੱਚ ਨਹੀਂ ਪਏ, ਫਸਲੀ ਚੱਕਰ ਤੋਂ ਬਾਹਰ ਨਿਕਲੇ ਨੇ, ਕੁਝ ਵੱਖਰਾ ਕੀਤਾ ਤਾਂ ਸਰਕਾਰਾਂ ਨੇ ਵੀ ਇਹਨਾਂ ਨੂੰ ਸਨਮਾਨ ਕੀਤਾ ਏ ਵੱਡੇ ਵੱਡੇ ਅਵਾਰਡਾਂ ਦੇ ਨਾਲ। ਤਾਂ ਦੂਸਰੀ ਪੀੜ੍ਹੀ ਮਸ਼ਰੂਮ ਦੇ ਕੰਮ ਦੇ ਵਿੱਚ ਪਈ ਹੈ। ਕਿਸ ਤਰੀਕੇ ਨਾਲ ਇਹ ਮਸ਼ਰੂਮ ਦੀ ਖੇਤੀ ਕਰਦੇ ਨੇ, ਕਿਉਂਕਿ ਬਹੁਤ ਵੱਡੀ ਇੰਡਸਟਰੀ ਕਹਿ ਲਓ, ਚਾਹੇ ਮਸ਼ੀਨਾਂ ਨੇ ਜਿਹੜੀਆਂ ਉਹ ਅੰਤਰਰਾਸ਼ਟਰੀ ਮਸ਼ੀਨਾਂ ਨੇ, ਉਹ ਇੱਥੇ ਬੁੱਢੀ ਪਿੰਡ ਦੇ ਵਿੱਚ ਲਾਈਆਂ ਹੋਈਆਂ ਨੇ। ਤਾਂ ਸਾਰੀ ਗੱਲਬਾਤ ਅਸੀਂ ਕਰਾਂਗੇ। ਤਾਂ ਹਰਮਨਪ੍ਰੀਤ ਮੇਰੇ ਨਾਲ ਨੇ। ਹਰਮਨਪ੍ਰੀਤ ਦਾ ਵੀ ਸੁਪਨਾ ਬਾਕੀ ਨੌਜਵਾਨਾਂ ਦੇ ਵਾਂਗੂ ਸੀ ਕਿ ਮੈਂ ਕੈਨੇਡਾ ਦੇ ਵਿੱਚ ਜਾਵਾਂ, ਆਪਣੇ ਭਵਿੱਖ ਨੂੰ ਸੁਧਾਰਾਂ, ਪਰ ਜਦੋਂ ਇਹਨਾਂ ਨੇ ਆਪਣੇ ਚਾਚੇ ਅਤੇ ਬਾਪੂ ਨੂੰ ਦੇਖਿਆ ਕਿ ਕਿਸ ਤਰੀਕੇ ਨਾਲ ਮਿਹਨਤ ਕਰਦੇ ਨੇ, ਤਾਂ ਇਹਨਾਂ ਨੇ ਕੈਨੇਡਾ ਦਾ ਸੁਪਨਾ ਛੱਡ ਕੇ ਇੱਥੇ ਹੀ ਇਸੇ ਪਿੰਡ ਦੇ ਵਿੱਚ ਆਪਣੇ ਹੀ ਕੰਮ ਨੂੰ ਕਰਨ ਦੀ ਤਰਜੀਹ ਜਿਹੜੀ ਹੈ ਉਹ ਦਿੱਤੀ ਹੈ। ਤਾਂ ਹਰਮਨਪ੍ਰੀਤ ਮੇਰੇ ਨਾਲ ਨੇ। ਹਰਮਨ, ਸਭ ਤੋਂ ਪਹਿਲਾਂ ਤਾਂ ਤੁਹਾਡੀ ਸੋਚ ਨੂੰ ਸਲਾਮ ਹੈ, ਕਿਉਂਕਿ ਬਹੁਤੇ ਜਿਹੜੇ ਨੌਜਵਾਨ ਨੇ ਉਹ ਤਾਂ ਕਹਿੰਦੇ ਵੀ ਅਸੀਂ ਪੰਜਾਬ ਛੱਡ ਕੇ ਕੈਨੇਡਾ ਚਲ ਜਾਈਏ, ਅਮਰੀਕਾ ਚਲ ਜਾਈਏ, ਪਰ ਤੁਸੀਂ ਇਹਨਾਂ ਚੀਜ਼ਾਂ ਨੂੰ ਠੁਕਰਾ ਕੇ ਖੇਤੀਬਾੜੀ ਵੱਲ ਮੁੜੇ ਹੋ। ਸੋਚ ਕੀ ਕਹਿੰਦੀ ਖੇਤੀਬਾੜੀ ਨੂੰ ਲੈ ਕੇ? ਸਭ ਤੋਂ ਪਹਿਲਾਂ ਤਾਂ ਜੀ ਤੁਹਾਡਾ ਸਵਾਗਤ ਹੈ ਆਉਣ ਤੇ ਮੈਂ ਡੇਲੀ ਪੋਸਟ ਦੇ ਦੇਖ ਰਹੇ ਦਰਸ਼ਕਾਂ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ, ਜਿਹੜੇ ਕਿ ਤੁਹਾਡੇ ਚੈਨਲ ਦੀ ਬਦੌਲਤ ਸਾਨੂੰ ਦੇਖ ਰਹੇ ਨੇ। ਦੇਖੋ ਭਾਜੀ, ਅੱਜ ਕੱਲ੍ਹ ਸਾਡਾ ਯੂਥ ਜੋ ਕਿ ਫੋਰਨ ਨੂੰ ਮੂਵ ਹੋ ਰਿਹਾ ਹੈ, ਉਸ ਦੇ ਮੇਨ 2 ਪਰਪਸ ਹਨ। ਐਕਚੁਅਲੀ ਬੇਸਿਕ ਦੇਖਿਆ ਜਾਵੇ ਤਾਂ ਉਹਨਾਂ ਦੀਆਂ ਵੀ ਕੁਝ ਮਜਬੂਰੀਆਂ, ਇੱਕ ਫਾਈਨੈਂਸ਼ੀਅਲ ਪ੍ਰੋਬਲਮ ਹੁੰਦੀ ਹੈ, ਜਿਹਨੂੰ ਦੌਲਤ ਤੇ ਸ਼ੋਹਰਤ 2 ਚੀਜ਼ਾਂ। ਇੱਕ ਜਿਵੇਂ ਤੁਸੀਂ ਸਟਾਰਟਿੰਗ 'ਚ ਕਿਹਾ ਸੀ ਵੀ ਖੇਤੀ ਨੂੰ ਛੱਡ ਕੇ ਕੁਝ ਵੱਖਰਾ ਕੀਤਾ ਹੈ, ਇਸ ਤਰ੍ਹਾਂ ਉਹ ਬਾਹਰ ਜਾ ਕੇ ਕੁਝ ਆਪਣਾ ਟਰੈਕ ਚੇਂਜ ਕਰਦੇ ਨੇ। ਤੇ ਜਿਹੜੀ ਸਾਡੀ ਇਹ ਸਾਡੇ ਫਾਦਰ ਸਾਹਿਬ ਤੇ ਚਾਚਾ ਜੀ ਨੇ ਜੋ ਮੈਨੂੰ ਇਹ ਲਾਈਨ ਦਿੱਤੀ ਹੈ, ਇਹਦੇ ਵਿੱਚ ਸਾਡੀ ਫਾਈਨੈਂਸ਼ੀਅਲ ਵੀ ਸਾਡੀ ਮਦਦਗਾਰ ਹੁੰਦੀ ਹੈ ਤੇ ਇੱਕ ਰੈਪੂਟੇਸ਼ਨ, ਇੱਕ ਵੱਖਰੀ ਪਹਿਚਾਣ ਵੀ ਸਾਡੀ ਬਣਦੀ ਹੈ, ਜਿਸ ਦੇ ਬਦੌਲਤ ਸਾਨੂੰ 2008 ਦੇ ਵਿੱਚ ਨੈਸ਼ਨਲ ਅਵਾਰਡ ਮਿਲਿਆ ਤੇ 2015 ਵਿੱਚ ਸਟੇਟ ਅਵਾਰਡ ਮਿਲਿਆ ਤੇ 2021 ਦੇ ਵਿੱਚ ਰਤਨੇ ਪੰਜਾਬ ਦਾ ਅਵਾਰਡ ਮਿਲਿਆ। ਸੋ ਇਸ ਲਈ ਜਦੋਂ ਦੋਵੇਂ ਚੀਜ਼ਾਂ ਸਾਨੂੰ ਇੱਥੇ ਰਹਿ ਕੇ ਮਿਲਣ ਇਸ ਪੰਜਾਬ ਦੀ ਧਰਤੀ ਤੇ ਸਾਨੂੰ ਫਿਰ ਬਾਹਰ ਜਾਣ ਦੀ ਜ਼ਰੂਰਤ ਨਹੀਂ ਪੈਂਦੀ। ਅੱਛਾ ਹਰਮਨ, ਮੈਂ ਦੇਖ ਰਿਹਾ ਕਿ ਕਾਫੀ ਮਸ਼ੀਨਾਂ ਨੇ ਵੱਡੀਆਂ ਲੱਗੀਆਂ ਨੇ, ਤੇ ਆਪਾਂ ਪ੍ਰੋਸੈਸ ਸਮਝਾਓ, ਕਿਉਂਕਿ ਆਮ ਤੌਰ ਤੇ ਮਸ਼ਰੂਮ ਨੂੰ ਲੈ ਕੇ ਕਈ ਧਾਰਨਾਵਾਂ ਬਣੀਆਂ ਹੋਈਆਂ ਨੇ, ਜਿਵੇਂ ਮੈਂ ਤੁਹਾਡੇ ਨਾਲ ਸਾਂਝੀ ਵੀ ਕੀਤੀ ਸੀਗੀ। ਮਸ਼ਰੂਮ ਤੁਸੀਂ ਆਰਗੈਨਿਕ ਬਣਾਉਂਦੇ ਹੋ, ਇਹਦਾ ਪ੍ਰੋਸੈਸ ਕੀ ਹੈ, ਥੋੜਾ ਜਿਹਾ ਸਮਝਾਓ ਜੀ ਸਾਨੂੰ। ਬੇਸਿਕ ਭਾਜੀ, ਜੋ ਪੰਜਾਬ ਦੇ ਅੱਜ ਕੱਲ੍ਹ ਮੇਨ ਪ੍ਰੋਬਲਮ ਚੱਲ ਰਹੀ ਹੈ ਪ੍ਰਦੂਸ਼ਣ, ਜਿਹਨੂੰ ਕਿ ਸਾਡਾ ਕਿਸਾਨ ਇਸ ਦੇ ਨਾੜ ਨੂੰ ਅੱਗ ਲਗਾ ਰਿਹਾ ਹੈ। ਇਹਦਾ ਮੇਨ ਜਾਂ ਬੇਸਿਕ ਜੋ ਬੇਸ ਮਟੀਰੀਅਲ ਹੈ ਉਹ ਹੈਗਾ ਹੀ ਸਾਡੀ ਤੂੜੀ। ਉਸ ਤਰ੍ਹਾਂ ਤੁਸੀਂ ਦੇਖ ਸਕਦੇ ਆ ਸਾਡੇ ਕੋਲ ਤੂੜੀ ਰੈਗੂਲਰ ਆਉਂਦੀ ਹੈ। ਸਭ ਤੋਂ ਪਹਿਲਾਂ ਅਸੀਂ ਇਸ ਨੂੰ ਪ੍ਰੀ ਵੈਟਿੰਗ, ਇਸ ਵਿੱਚ 68% ਮੋਇਸਚਰ ਮੇਨਟੇਨ ਕਰਨਾ ਹੁੰਦਾ ਹੈ, ਜੋ ਕਿ ਅਸੀਂ ਸਾਰਾ ਟੋਟਲ ਰੀਸਰਕੂਲੇਸ਼ਨ ਸਿਸਟਮ ਰੱਖਿਆ। ਪਾਣੀ ਦੀ ਵੇਸਟ ਨਹੀਂ ਹੁੰਦੀ, ਜਿਹੜਾ ਟੋਟਲ ਪਾਣੀ ਆ ਉਹ ਸਾਰਾ ਰੀਸਰਕੂਲੇਟ ਹੋ ਰਿਹਾ। ਇਸ ਤੋਂ ਇਲਾਵਾ ਇਸ ਵਿੱਚ ਇਹਨੂੰ 2.2% ਨਾਈਟ੍ਰੋਜਨ ਦੀ ਲੋੜ ਹੁੰਦੀ ਹੈ।
ਜੋ ਕਿ ਅਸੀਂ ਚਿਕਨ ਮੈਨਿਓਰ ਨਾਲ ਦੇ ਰਹੇ ਹਾਂ। ਇਸ ਦੇ ਵਿੱਚ ਕੋਈ ਯੂਰੀਆ ਵਗੈਰਾ ਯੂਜ਼ ਨਹੀਂ ਹੁੰਦਾ ਤੇ ਇਸ ਦੀ ਜੋ ਪੀਐਚ ਮੇਨਟੇਨ ਕਰਨ ਵਾਸਤੇ ਅਸੀਂ ਜਿਪਸਮ ਯੂਜ਼ ਕਰ ਰਹੇ ਹਾਂ। ਇਸ ਤੋਂ ਇਲਾਵਾ ਇਸ ਦੇ ਵਿੱਚ ਕੋਈ ਹੋਰ ਐਕਸਟਰਾ ਪ੍ਰੋਡਕਟ ਨਹੀਂ ਪੈਂਦਾ। ਅੱਛਾ, ਜਿਵੇਂ ਇਹ ਬਾਈ ਜੀ ਹੁਣੀ ਇੱਥੇ ਮੈਨੂੰ ਲੱਗਦਾ ਇਹ ਪਹਿਲਾ ਪ੍ਰੋਸੈਸ ਆ ਮਸ਼ਰੂਮ ਬਣਾਉਣ ਦੇ ਲਈ, ਜਿਵੇਂ ਜੀਸੀਬੀ ਦੇ ਨਾਲ ਇਹ ਚੀਜ਼ ਦੱਸੋ ਕਿ ਇਹ ਤੁਸੀਂ ਕਿਸ ਤਰੀਕੇ ਨਾਲ ਤਿਆਰ ਕੀਤੀ ਹੈ ਤੇ ਇਹ ਭਾਈ ਸਾਹਿਬ ਕੀ ਕਰ ਰਹੇ ਨੇ? ਇਹ ਭਾਜੀ ਜੋ ਮੈਂ ਤੁਹਾਨੂੰ ਮਟੀਰੀਅਲ ਦੱਸਿਆ ਚਿਕਨ ਮੈਨਿਓਰ ਵਗੈਰਾ ਇਹਦੇ ਵਿੱਚ ਮਿਕਸ ਕਰਕੇ ਅਸੀਂ ਇਹ ਕੰਪੋਸਟ ਜਿਹੜੀ ਆ ਵਰਨ ਵਾਸਤੇ ਤਿਆਰ ਹੋ ਰਹੀ ਹੈ। ਇਸ ਨੂੰ ਬੰਕਰ ਕਿਹਾ ਜਾਂਦਾ ਹੈ, ਜੋ ਲੇਟੈਸਟ ਟੈਕਨੋਲੋਜੀ ਹੈ ਮਸ਼ਰੂਮ ਦੀ ਅਸੀਂ ਅਡਾਪਟ ਕੀਤੀ ਹੈ। ਇਸ ਦੇ ਵਿੱਚ ਇਸ ਬੰਕਰ ਦਾ ਟੈਂਪਰੇਚਰ ਅਸੀਂ 80 ਤੋਂ 82 ਡਿਗਰੀ ਮੇਨਟੇਨ ਕਰਨਾ ਤਾਂ ਕਿ ਇਹਦੇ ਵਿੱਚ ਜੋ ਵੀ ਇਨਸੈਕਟੀਸਾਈਡ ਜੋ ਹੈ ਉਹ ਉਸ ਦੀ ਕਿਲਿੰਗ ਹੋ ਸਕੇ। ਤੇ 80 ਡਿਗਰੀ ਟੈਂਪਰੇਚਰ ਅਸੀਂ ਇਹਦਾ 48 ਘੰਟੇ ਮੇਨਟੇਨ ਕਰਨਾ ਹੈ। ਉਸ ਤੋਂ ਬਾਅਦ ਫਿਰ ਇਸ ਦੀ ਇੱਕ ਨੈਕਸਟ ਟਰਨਿੰਗ ਅਗਲੇ ਬੰਕਰ ਵਿੱਚ ਹੋਏਗੀ ਤੇ ਉਸ ਦੇ ਵਿੱਚ ਅਸੀਂ 75 ਡਿਗਰੀ ਟੈਂਪਰੇਚਰ ਮੇਨਟੇਨ ਕਰਨਾ 48 ਘੰਟੇ ਵਾਸਤੇ। ਜਿਹੜਾ ਤੁਸੀਂ ਟੈਂਪਰੇਚਰ ਦੀ ਗੱਲ ਕਰ ਰਹੇ ਹੋ, ਇਹ ਫਿਰ ਮਸ਼ੀਨਾਂ ਲੱਗੀਆਂ ਹੋਈਆਂ ਨੇ, ਆਟੋਮੈਟਿਕ ਸਭ ਕੁਝ ਹੋ ਰਿਹਾ? ਨਹੀਂ ਭਾਜੀ, ਜਦੋਂ ਪਾਣੀ ਤੇ ਨਾਈਟ੍ਰੋਜਨ ਮਿਕਸ ਹੋ ਜਾਵੇ ਤਾਂ ਆਟੋਮੈਟਿਕ ਹੀਟ ਪ੍ਰੋਡਿਊਸ ਹੋ ਜਾਂਦੀ ਹੈ। ਇਹ ਜੋ ਇਸ ਦੀ ਆਪਦੀ ਹੀਟ ਹੁੰਦੀ ਹੈ। ਬਾਕੀ ਪਿੱਛੇ ਸਾਡੇ ਕੋਲ ਬੋਇਲਰ ਤੇ ਬਲੋਰ ਵੀ ਕਿਤੇ ਸਰਦੀਆਂ ਵਿੱਚ ਟੈਂਪਰੇਚਰ ਪ੍ਰੋਬਲਮ ਆ ਜਾਵੇ ਤੇ ਅਸੀਂ ਬੋਇਲਰ ਜਰੀਏ ਉਸ ਨੂੰ ਸਟੀਮ ਦੇ ਕੇ ਤਾਂ ਟੈਂਪਰੇਚਰ ਮੇਨਟੇਨ ਕਰ ਸਕਦੇ ਹਾਂ। ਜਿਹੜੀ ਇਹ ਤੁਸੀਂ ਕੰਪੋਜ਼ਿੰਗ ਦੀ ਗੱਲ ਕੀਤੀ ਹੈ, ਜਦੋਂ ਕੰਪੋਜ਼ ਕਰ ਦਿੱਤਾ ਤਾਂ ਅਗਲਾ ਸਟੈਪ ਫਿਰ ਇਸ ਤੋਂ ਬਾਅਦ ਜਦੋਂ ਇਹਦਾ ਟੈਂਪਰੇਚਰ ਮੇਨਟੇਨ ਕਰ ਲਿਆ ਤੁਸੀਂ ਤਾਂ ਉਸ ਤੋਂ ਬਾਅਦ ਕੀ ਕੁਝ ਹੋਣਾ ਫਿਰ? ਉਸ ਤੋਂ ਬਾਅਦ ਇਹਦਾ ਨੈਕਸਟ ਸਟੈਪ ਹੈ ਜੀ, ਇਹ ਬਲਕ ਪਾਸਚਰਾਈਜੇਸ਼ਨ ਚੈਂਬਰ ਸਾਡੇ ਕੋਲ ਬਣੇ ਆ, ਤੁਹਾਨੂੰ ਦਿਖਾ ਰਵਾਂਗੇ। ਇਹਦੇ ਵਿੱਚ ਜਿਹੜਾ ਕੰਪੋਸਟ ਫਿਲਿੰਗ ਕਰਕੇ ਇਸ ਦੀ 8 ਘੰਟੇ ਵਾਸਤੇ 58 ਡਿਗਰੀ ਟੈਂਪਰੇਚਰ ਤੇ ਇਸ ਦੀ ਪਾਸਚਰਾਈਜੇਸ਼ਨ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਇਸ ਨੂੰ 4 ਦਿਨ ਵਾਸਤੇ 48 ਤੋਂ 50 ਡਿਗਰੀ ਦੇ ਵਿੱਚ ਕੰਡੀਸ਼ਨਿੰਗ ਕੀਤੀ ਜਾਂਦੀ ਹੈ। ਅੱਜ ਇਹ ਚੈਂਬਰ ਬੰਦ ਨੇ, ਦੋਵੇਂ ਰਨਿੰਗ ਦੇ ਵਿੱਚ ਨੇ ਤੇ ਇਸ ਨੂੰ ਅਸੀਂ ਓਪਨ ਨਹੀਂ ਕਰ ਸਕਦੇ। ਮੈਂ ਦਰਸ਼ਕਾਂ ਤੋਂ ਮਾਫੀ ਵੀ ਮੰਗੂਗਾ। ਤੇ ਜਦੋਂ ਇਸ ਦੇ ਵਿੱਚ ਬੇਸਿਕ ਇਹਦਾ ਫੰਕਸ਼ਨ ਕੀ ਹੁੰਦਾ ਜੀ, ਇਹਦੇ ਵਿੱਚ ਥਰਮੋਫੋਲਿਕ ਫੰਗਸ ਤੇ ਐਕਟੋਮਾਈਸਿਨ ਦੋ ਫੰਗਸ ਹੁੰਦੀਆਂ। ਜੋ ਕਿ ਥਰਮੋਫੋਲਿਕ ਫੰਗਸ ਹੈ ਮਸ਼ਰੂਮ ਨੂੰ ਗਰੋ ਕਰਦੀ ਹੈ, ਜਿਹੜੀ ਐਕਟੋਮਾਈਸਿਨਸ ਹੈ ਸਪੌਨ ਗਰੋ ਕਰਨ ਵਿੱਚ ਮਦਦ ਕਰਦੀ ਹੈ ਤੇ ਦੋਵੇਂ 52 ਤੋਂ 48 ਡਿਗਰੀ ਦੇ ਵਿੱਚ ਪੈਦਾ ਹੁੰਦੀਆਂ ਨੇ। ਤੁਹਾਡੀਆਂ ਗੱਲਾਂ ਤੋਂ ਮੈਨੂੰ ਲੱਗ ਰਿਹਾ ਵੀ ਤੁਸੀਂ ਕੈਮਿਸਟਰੀ ਵੀ ਬੜੀ ਵਧੀਆ ਜਾਣਦੇ ਹੋ, ਫਿਜ਼ਿਕਸ ਵੀ ਬੜੀ ਵਧੀਆ ਜਾਣਦੇ ਹੋ ਤੇ ਬਾਇਓਲੋਜੀ ਵੀ ਬਹੁਤ ਸ਼ਾਨਦਾਰ ਤੁਸੀਂ ਜਾਣਦੇ ਹੋ। ਪਰ ਦੂਜੀ ਗੱਲ ਇਹ ਦੱਸੋ ਵੀ ਤੁਹਾਡੇ ਫਾਦਰ ਸਾਹਿਬ ਕਹਿੰਦੇ ਆ ਕਿ ਤੁਸੀਂ ਤਾਂ BBA ਕੀਤੀ ਹੈ, ਤਾਂ ਫਿਰ ਇਹ ਕਿੰਨੀਆਂ ਇਹ ਫਾਰਮੂਲੇ, ਇਹ ਟੈਕਨੋਲੋਜੀ ਕਿੱਦਾਂ ਫਿਰ ਤੁਸੀਂ ਕੀਤੀ ਹੈ ਯੂਜ਼? ਇਹ ਜੋ ਤਿੰਨੇ ਤੁਸੀਂ ਦੱਸਿਆ ਜੀ, ਬਾਇਓਲੋਜੀ, ਫਿਜ਼ਿਕਸ ਤੇ ਕੈਮਿਸਟਰੀ, ਇਹ ਮੈਨੂੰ ਮੇਰੇ ਫਾਦਰ ਸਾਹਿਬ ਦੇ ਚਾਚਾ ਜੀ ਤੋਂ ਮਿਲੀਆਂ, ਕਿਉਂਕਿ ਉਹ ਇੱਕ ਯੂਨੀਵਰਸਿਟੀ ਨੇ, ਉਹਨਾਂ ਦਾ ਬੜਾ ਵੱਡਾ ਐਕਸਪੀਰੀਅੰਸ ਹੈ। ਤੇ ਜਦੋਂ ਘਰ ਦੇ ਵਿੱਚ ਯੂਨੀਵਰਸਿਟੀ ਹੋਵੇ ਤਾਂ ਫਿਰ ਓਬਵੀਅਸ ਜੋ ਬੱਚਾ, ਜਿਵੇਂ ਕਹਿੰਦੇ ਹੁੰਦੇ ਨਾ ਵੀ ਤਖਾਣਾ ਦਾ ਜਿਹੜਾ ਨਿਆਣਾ ਉਹ ਤਾਂ ਛੋਟਾ ਹੁੰਦਾ ਹੀ ਰੰਦਾ ਸਾਫ਼ ਮਾਰਦਾ, ਜੱਟਾਂ ਦਾ ਜਿਹੜਾ ਮੁੰਡਾ ਉਹ ਨੱਕੇ ਮੋੜਨੇ ਸਿੱਖ ਜਾਂਦਾ। ਇਸੇ ਤਰ੍ਹਾਂ ਮੈਨੂੰ ਜੋ ਵਿਰਾਸਤ ਵਿੱਚ ਮਸ਼ਰੂਮ ਮਿਲੀ ਤਾਂ ਮੈਂ ਇਸ ਨੂੰ ਦੇਖਦੇ ਕੀ ਸਿੱਖਿਆ। ਤੇ ਬਾਕੀ ਜੋ ਇਹਦੀ ਹਾਇਰ ਜਿਹੜੀ ਨੌਲੇਜ ਆ ਉਹਦੇ ਵਾਸਤੇ ਅਸੀਂ ਟ੍ਰੇਨਿੰਗਸ ਵੀ ਲਈਆਂ ਤੇ ਕੁਛ ਜਿਵੇਂ ਅੱਜ ਕੱਲ੍ਹ ਨੈਟ ਦਾ ਯੁੱਗ ਆ, ਸਾਡੇ ਕੰਟੈਕਟਸ ਜਿਹੜੇ ਸਾਡੇ ਕਲਚਰ ਆ ਉਹ ਸਾਡੇ ਅਮਰੀਕਾ ਤੋਂ, ਨੀਦਰਲੈਂਡ ਤੋਂ ਜਾਂ ਇਟਲੀ ਤੋਂ ਆ ਰਹੇ ਆ। ਉਹਨਾਂ ਦੇ ਜਿਹੜੇ ਸਾਇੰਟਿਸਟ ਆ ਉਹਨਾਂ ਨਾਲ ਸਾਡਾ ਵਧੀਆ ਸੰਪਰਕ ਆ, ਉਹ ਲੇਟੈਸਟ ਟੈਕਨੋਲੋਜੀ ਜੋ ਵੀ ਆ ਉਹ ਸਾਨੂੰ ਗਾਈਡ ਕਰਦੇ ਆ। ਫਿਰ ਸੁਭਾਵਿਕ ਹੈ ਕਿ ਜਿਹੜੀਆਂ ਇਹ ਮਸ਼ੀਨਾਂ ਲੱਗੀਆਂ ਨੇ ਇਹ ਪੰਜਾਬ, ਇੰਡੀਆ ਤੋਂ ਤਾਂ ਨਹੀਂ ਬਣੀਆਂ ਹੋਣਗੀਆਂ, ਇਹ ਕਿਹੜੇ-ਕਿਹੜੇ ਮੁਲਕਾਂ ਤੋਂ ਤੁਸੀਂ ਮੰਗਵਾਈਆਂ ਨੇ? ਜਿਹੜਾ ਜੀ ਸਾਡਾ ਕੂਲਿੰਗ ਸਿਸਟਮ ਸਾਰਾ ਪਹਿਲਾਂ ਅਸੀਂ ਕੋਲਡ ਸਟੋਰ ਵਾਲਾ ਲਾਇਆ ਸੀਗਾ। ਇੱਕ ਤਾਂ ਉਹ ਅਮੋਨੀਆ ਪਲਾਂਟ ਆ ਤੇ ਦੂਸਰਾ ਉਹਦੀ ਸਾਊਂਡ ਬਾਊ ਸੀ, ਇੱਕ ਉਹ ਇੰਨਾ ਜ਼ਿਆਦਾ ਬਾਈਬਲ ਨਹੀਂ ਸੀ, ਸਾਨੂੰ ਵਧੀਆ ਨਹੀਂ ਲੱਗਿਆ। ਇਹ ਟੋਟਲ ਅਸੀਂ ਜਰਮਨ ਤੋਂ ਇਹ ਕੂਲਿੰਗ ਸਿਸਟਮ ਇੰਪੋਰਟ ਕਰਵਾਇਆ ਤੇ ਜਿਹੜੇ ਇਹਦੇ ਇੰਡੋਰ ਯੂਨਿਟ ਆ ਉਹ ਅਸੀਂ ਨਿਊਜ਼ੀਲੈਂਡ ਚੋਂ ਕਰਵਾਇਆ ਤੇ ਹਿਊਮਿਡਿਟੀ ਵਾਲਾ ਸਿਸਟਮ ਸਾਰਾ ਅਸੀਂ ਇਜ਼ਰਾਈਲ ਚੋਂ ਇੰਪੋਰਟ ਕਰਵਾਇਆ। ਕਾਫੀ ਦੇਸ਼ਾਂ ਦਾ ਮਿਕਸਚਰ ਚਲੋ ਹੈਗਾ ਵਾ। ਤਾਂ ਇੱਕ ਹੁਣ ਜਦੋਂ ਆਪਾਂ ਉੱਥੋਂ ਵੜੇ ਆ, ਤੁਸੀਂ ਉਹ ਦੱਸਿਆ ਵੀ ਉਹ ਜਿਹੜੇ ਬੰਦ ਕੀਤੇ ਹੋਏ ਨੇ ਬੰਕਰ, ਉਸ ਤੋਂ ਬਾਅਦ ਫਿਰ ਤੁਸੀਂ ਕਿਹੜੀ ਚੀਜ਼ ਬਣਾਉਂਦੇ ਹੋ ਤੇ ਅਗਲਾ ਪ੍ਰੋਸੈਸ ਕੀ ਹੁੰਦਾ? ਉਸ ਤੋਂ ਬਾਅਦ ਆ ਜਿਹੜੇ ਇਹਦੀ ਕੰਪੋਸਟ ਆ ਜੀ, ਉਹ ਇੱਕ ਪੋਲੀਥੀਨ ਬੈਗ ਦੇ ਵਿੱਚ ਰੱਖ ਕੇ, ਜੋ ਕਿ ਰੀਸਾਈਕਲਡ ਹੁੰਦੇ ਆ ਟੋਟਲ, ਜਿਹੜਾ ਜਿਸ ਇੰਡਸਟਰੀ ਤੋਂ ਅਸੀਂ ਲੈਂਦੇ ਆ ਉਸ ਨੂੰ ਹੀ ਉਹ ਵਾਪਸ ਜਾਂਦੇ ਆ। ਉਸ ਦੇ ਵਿੱਚ ਅਸੀਂ ਕੰਪੋਸਟ ਫਿਲ ਕਰਕੇ ਉਹ ਰੂਮਸ ਦੇ ਵਿੱਚ ਰੱਖ ਦਿੰਦੇ ਆ ਤੇ 20 ਤੋਂ 22 ਡਿਗਰੀ ਟੈਂਪਰੇਚਰ ਜਿਹੜਾ ਮੇਨਟੇਨ ਕਰਦੇ ਆ। ਮੈਂ ਤੁਹਾਨੂੰ ਰੂਮ ਦਿਖਾਊਂਗਾ ਜਿਹਦੇ ਵਿੱਚ ਸਾਰੇ ਰੂਮਸ ਦੇ ਬਾਹਰ ਆ ਦੇਖੋ ਕਿ ਜਿਵੇਂ ਇੱਧਰ 16 ਡਿਗਰੀ ਟੈਂਪਰੇਚਰ ਜਿਹੜਾ ਮਨੀਸ਼ ਦਿਖਾਓ ਕਿ ਇਹ ਰੱਖਿਆ ਹੋਇਆ, ਮਤਲਬ ਇਹ ਰੂਮਸ ਦਾ ਸਾਰਿਆਂ ਦਾ ਵੱਖੋ ਵੱਖਰੀ ਟੈਂਪਰੇਚਰ ਰੱਖਿਆ ਸਰ? ਭਾਜੀ ਹਰ ਇੱਕ ਜਿਹੜੀ ਆ ਰੂਮ ਆ ਅਲੱਗ-ਅਲੱਗ ਸਟੇਜ ਤੇ ਆ। ਜਿਹੜਾ ਇਸ ਦਾ ਬੀਜ ਆ ਉਹ 20 ਤੋਂ 22 ਡਿਗਰੀ ਟੈਂਪਰੇਚਰ ਤੇ ਗਰੋ ਕਰਦਾ। ਜਿਹੜੀ ਮਸ਼ਰੂਮ ਆ ਉਹ 14 ਤੋਂ 16 ਡਿਗਰੀ ਟੈਂਪਰੇਚਰ ਤੇ ਗਰੋ ਕਰਦੀ ਆ। ਅੱਛਾ, ਜੇ ਤੁਸੀਂ ਬੀਜ ਦੀ ਗੱਲ ਕੀਤੀ ਹੈ, ਇਹਦਾ ਬੀਜ ਜਿਹੜਾ ਆ ਮਸ਼ਰੂਮ ਦਾ ਉਹ ਧਰਤੀ ਦੇ ਵਿੱਚ ਜਾਂ ਮਿੱਟੀ ਦੇ ਨਾਲ ਕੁਝ ਉਸ ਤਰੀਕੇ ਨਾਲ ਨਹੀਂ ਉੱਗਦਾ? ਨਹੀਂ ਭਾਜੀ, ਜਿਹੜੀ ਮਸ਼ਰੂਮ ਹੈ ਇਹ ਫੰਗਸ ਦਾ ਪੌਦਾ ਹੈ। ਇਹਦੇ ਵਿੱਚ ਜਿਹੜਾ ਆ ਇਹਦਾ ਬੀਜ ਆ, ਬੇਸਿਕ ਜਿਹੜਾ ਉਹਦਾ ਬੇਸ ਆ ਉਹ ਅਸੀਂ ਕਣਕ ਦੇ ਦਾਣੇ ਤੋਂ ਲੈਂਦੇ ਆ। ਬੇਸਿਕ ਮੱਕੀ ਤੇ ਬਾਜਰੇ ਦੇ ਦਾਣੇ ਤੇ ਵੀ ਹੋ ਜਾਂਦਾ, ਬਟ ਮੱਕੀ ਦਾ ਦਾਣਾ ਥੋੜਾ ਜਿਹਾ ਮੋਟਾ ਹੋ ਜਾਂਦਾ ਤੇ ਬਾਜਰੇ ਦਾ ਬਰੀਕ ਆ, ਜਿਹੜਾ ਕਣਕ ਦਾ ਥੋੜਾ ਮੀਡੀਅਮ ਹੁੰਦਾ। ਤੇ ਕਣਕ ਦੇ ਉੱਤੇ ਜਿਹੜੀ ਫੰਗਸ ਅਸੀਂ ਬਾਹਰੋਂ ਇੰਪੋਰਟ ਕਰਵਾ ਰਹੇ ਆ ਇਸ ਟਾਈਮ, ਅਮਰੀਕਾ ਦਾ ਜਾਂ ਕੋਈ ਵੀ ਬ੍ਰਾਂਡ ਵਧੀਆ, ਉਹਦੇ ਉੱਤੇ ਗਰੋ ਕਰ ਜਾਂਦੀ ਆ, ਜਿਹੜੀ ਆ ਕਿ ਕਣਕ ਤੇ ਉਹ ਖੁਰਾਕ ਲੈ ਕੇ। ਬੀ ਕਿਵੇਂ ਬਣਾ ਰਹੇ ਹੋ ਇਹ ਇੱਕ ਵਾਰੀ ਦਿਖਾ ਦਿਓ ਸਾਨੂੰ, ਵੀ ਤੁਸੀਂ ਬੀ ਕਿਵੇਂ ਡਿਵੈਲਪ ਹੁੰਦਾ,
ਕਿਹੜੇ ਰੂਮ ਦੇ ਵਿੱਚ ਰੱਖਿਆ ਹੋਇਆ, ਤਾਂ ਉਹ ਵੀ ਇੱਕ ਵਾਰੀ ਤੁਹਾਨੂੰ ਦਿਖਾਉਂਦੇ ਆ ਕਿ ਕਿਸ ਤਰੀਕੇ ਨਾਲ ਦੇਖੋ ਕਿ ਹਰਮਨਪ੍ਰੀਤ ਹੋਣਾ ਦੇ ਜਿਹੜੇ ਪੁਰਖੇ ਕਹਿ ਲਓ ਜਾਂ ਫਿਰ ਕਹਿ ਲਓ ਵੀ ਇਹਨਾਂ ਦੇ ਫਾਦਰ ਸਾਹਿਬ ਦੀ ਚਾਚਾ ਜੀ ਦੀ ਟੈਕਨੋਲੋਜੀ ਜਿਹੜੀ ਹੈ ਉਹ ਕਿੰਨੀ ਸ਼ਾਨਦਾਰ ਤਰੀਕੇ ਨਾਲ ਇਹਨਾਂ ਨੇ ਬਣਾਈ ਹੋਈ ਹੈ, ਕਿਉਂਕਿ ਇਹ ਚੀਜ਼ਾਂ ਤੁਸੀਂ ਵਿਦੇਸ਼ਾਂ ਦੇ ਵਿੱਚ ਦੇਖੀਆਂ ਹੋਣਗੀਆਂ ਕਿ ਇਸ ਤਰੀਕੇ ਨਾਲ ਬਣਦੀਆਂ ਨੇ। ਤਾਂ ਆਹ ਦੇਖੋ ਕਿ ਹਰਮਨ ਇਹ ਜਿਹੜੀ ਇਹ ਬੀ ਤਿਆਰ ਹੋ ਗਿਆ। ਇਹ ਜਿਹੜੀ ਕੰਪੋਸਟ ਆਪਾਂ ਉਧਰ ਆਪਾਂ ਪ੍ਰੋਸੈਸ ਦੇਖਿਆ ਸੀ ਸਾਰਾ ਨੇ ਕੰਪਲੀਟ ਹੋਣ ਤੋਂ ਬਾਅਦ ਅਸੀਂ ਇਹ ਬੈਗਸ ਦੇ ਵਿੱਚ ਫਿਲ ਕਰਕੇ ਰੂਮ ਦੇ ਵਿੱਚ ਰੱਖ ਦਿੰਦੇ ਹਾਂ। ਇਸ ਸਮੇਂ ਦਾ 20 ਤੋਂ 22 ਡਿਗਰੀ ਟੈਂਪਰੇਚਰ ਮੇਨਟੇਨ ਹੈ ਤੇ ਇਹਦਾ ਵੀ ਇਹ ਦੇਖੋ ਤੁਸੀਂ ਇਹ ਗਰੋ ਹੋਣਾ ਸ਼ੁਰੂ ਹੋ ਗਿਆ। ਆਹ ਦੇਖੋ ਇਸ ਫੰਗਸ ਜਿਹੜੀ ਆ ਇਹ ਗਰੋ ਹੋਣੀ ਸ਼ੁਰੂ ਹੋ ਗਈ ਹੈ ਤੇ 5 ਤੋਂ 7 ਦਿਨ ਦੇ ਵਿੱਚ ਇਹ ਪ੍ਰੋਪਰ ਵਾਈਟ ਹੋ ਜਾਏਗਾ। ਜੇਕਰ ਇਸ ਦੇ ਉੱਤੇ ਫਿਰ 15 ਦਿਨ 12 ਤੋਂ 13 ਦਿਨ ਦੇ ਬਾਅਦ ਇੱਕ ਕੇਸਿੰਗ ਸੋਇਲ ਲੇਅਰ ਹੁੰਦੀ ਹੈ ਜੋ ਕਿ ਕੁਆਇਰ ਪਿੱਤਰ ਯੂਜ਼ ਕਰਦੇ ਆ। ਜਿਹੜਾ ਸਭ ਤੋਂ ਵਧੀਆ ਮਟੀਰੀਅਲ ਤਾਂ ਪੀਟਮੋਸ ਉਹ ਸਾਡੇ ਇੰਡੀਆ 'ਚ ਅਵੇਲੇਬਲ ਨਹੀਂ। ਕੁਆਇਰ ਪਿੱਤਰ ਕੀ ਹੁੰਦਾ ਵੀ ਉਹਦੇ ਵਿੱਚ ਵਾਟਰ ਹੋਲਡਿੰਗ ਕਪੈਸਿਟੀ ਬਹੁਤ ਜ਼ਿਆਦਾ ਹੁੰਦੀ ਹੈ। ਉਸ ਦਾ 6.5 ਤੋਂ 7 pH ਲੈਵਲ ਮੇਨਟੇਨ ਕਰਕੇ ਅਸੀਂ ਇਹਦੇ ਉੱਤੇ 1.5 ਤੋਂ 2 ਇੰਚ ਜਿਹੜੀ ਆ ਉਹ ਲੇਅਰ ਪਾ ਦਿੰਦੇ ਹਾਂ। ਬੀ ਤਿਆਰ ਹੋਣ ਤੇ ਕੁੱਲ ਸਮਾਂ ਕਿੰਨਾ ਲੱਗਦਾ, ਕਿੰਨੇ ਦਿਨ ਲੱਗਦੇ? ਲੱਗ ਜਾਂਦੇ ਜੀ 12 ਦਿਨ ਦੇ ਵਿੱਚ ਹੋ ਜਾਂਦਾ। ਕੰਟਰੋਲ ਕੰਡੀਸ਼ਨ ਇਹ ਕਿੰਨੇ ਦਿਨਾਂ ਦਾ ਹੋਊਗਾ ਜਿਹੜਾ ਇਹ ਬੀ ਤੁਸੀਂ ਦਿਖਾ ਰਹੇ ਹੋ? ਇਹ 5 ਦਿਨ ਹੋਏ ਜੀ ਹਲਤੇ। ਇਹ 5 ਦਿਨ ਹੋਏ, ਹਾਂਜੀ। ਯਾਨੀ ਇਹਨੂੰ 6 ਦਿਨ ਹੋਰ ਲੱਗਣਗੇ, ਇਹ ਰੈਡੀ ਹੋ ਜਾਏਗਾ ਕੇਸਿੰਗ ਵਾਸਤੇ। ਅੱਛਾ, ਇਹ ਬੀ ਤਿਆਰ ਹੋ ਗਿਆ। ਉਸ ਤੋਂ ਬਾਅਦ ਜਦੋਂ ਇਹਦੀ ਪ੍ਰੋਡਕਸ਼ਨ ਤਿਆਰ ਕਰਨੀ ਹੈ ਤਾਂ ਉਹਦੇ ਲਈ ਕੀ ਕੁਝ ਤੁਸੀਂ ਕਰਦੇ ਹੋ ਤੇ ਉਹ ਕਿਵੇਂ ਤਿਆਰ ਹੁੰਦੀ ਹੈ ਉਹ ਵੀ ਸਾਨੂੰ ਦਿਖਾ ਦਿਓ, ਕਿਉਂਕਿ ਦਰਸ਼ਕਾਂ ਨੂੰ ਦਿਖਾਈਏ ਕਿ ਖੁੰਬਾਂ ਖਾਣੇ ਦੇ ਵਿੱਚ ਤਾਂ ਬਹੁਤ ਕਹਿੰਦੇ ਆ ਕਿ ਸਵਾਦ ਲੱਗਦੀ ਹੈ, ਪਰ ਬਣਦੀ ਕਿਵੇਂ ਆ ਉਹ ਜ਼ਰੂਰ ਨਾਲ ਦੀ ਨਾਲ ਦਿਖਾਈਏ। ਇੱਕ ਨਾਲ ਦੀ ਨਾਲ ਮੈਂ ਇਹ ਵੀ ਹਰਮਨ ਜਾਣਨਾ ਚਾਹੁੰਦਾ ਕਿ ਝੋਨੇ ਤੇ ਕਣਕ ਦੇ ਫਸਲੀ ਚੱਕਰ 'ਚ ਨਹੀਂ ਪਏ ਤੁਸੀਂ? ਨਹੀਂ ਭਾਜੀ, ਦੇਖੋ ਜਿਹੜਾ ਕਣਕ ਹੈ ਕਣਕ ਤਾਂ ਅਸੀਂ ਗਰੋ ਕਰਦੇ ਹਾਂ, ਉਸ ਤੋਂ ਆਪਾਂ ਆਪਣਾ ਬੀਜ ਪੈਦਾ ਕਰ ਰਹੇ ਹਾਂ ਤੇ ਝੋਨੇ ਦਾ ਸਾਤੋਂ ਸਬਸਟੀਟਿਊਟ ਅਸੀਂ ਆਲੂ ਦੀ ਖੇਤੀ ਵੀ ਕਰਦੇ ਹਾਂ। ਹਾਂਜੀ, ਜੋ ਕਿ ਸਾਡੇ ਦਾਦਾ ਜੀ ਹੁਣਾਂ ਨੂੰ ਬੜਾ ਸ਼ੌਂਕ ਸੀ। ਉਹ ਵਿਰਾਸਤ ਸਾਡੇ ਫਾਦਰ ਸਾਹਿਬ ਨੂੰ ਮਿਲੀ, ਉਸ ਤੋਂ ਬਾਅਦ ਸਾਨੂੰ ਮਿਲੀ ਤੇ ਉਹ ਆਲੂ ਦੀ ਖੇਤੀ ਵੀ ਕਰ ਰਹੇ ਹਾਂ ਤੇ ਕਣਕ ਦੀ। ਉਹ ਵੀ ਨਾਲ ਦੀ ਨਾਲ ਕਰ ਰਹੇ ਹੋ, ਕਿਉਂਕਿ ਜਿਵੇਂ ਮੈਂ ਸਟਾਰਟਿੰਗ ਦੇ ਵਿੱਚ ਕਿਹਾ ਵੀ ਕਿਸਾਨ ਕਹਿੰਦੇ ਵੀ ਖੇਤੀਬਾੜੀ ਲਾਹੇਵੰਦ ਧੰਦਾ ਨਹੀਂ ਰਿਹਾ, ਤਾਂ ਤੁਸੀਂ ਤਾਂ ਉਹ ਚੀਜ਼ ਨੂੰ ਛੱਡ ਕੇ ਫਿਰ ਇੱਧਰ ਨੂੰ ਆਏ ਹੋ ਨਾ। ਹੁਣ ਭਾਜੀ ਸਾਡਾ ਮਸ਼ਰੂਮ ਤੋਂ ਇਲਾਵਾ ਨੈਕਸਟ ਜੋ ਪ੍ਰੋਜੈਕਟ ਆ ਵਿਦਿਨ 2 ਮੰਥ ਸਾਡਾ ਸਟਾਰਟ ਹੋ ਜਾਏਗਾ। ਅਸੀਂ ਇੱਕ ਪੋਲੀ ਲਾ ਰਹੇ ਹਾਂ 2 ਏਕੜ ਦਾ, ਜਿਹਦੇ ਵਿੱਚ ਅਸੀਂ ਲੈਡ ਕੈਪਸਿਕਮ ਤੇ ਯੈਲੋ ਕੈਪਸਿਕਮ ਗਰੋ ਕਰਾਂਗੇ। ਉਹ ਆਪਾਂ ਜਿਵੇਂ ਇਹ ਤਾਂ ਇੱਕ ਇਨਫਰਾਸਟ੍ਰਕਚਰ ਲੱਗ ਗਿਆ, ਇਹ ਆਪਾਂ ਮਿੱਟੀ ਤੋਂ ਉੱਠ ਕੇ ਕੰਮ ਕੀਤਾ, ਉਹ ਆਪਾਂ ਮਿੱਟੀ ਦੇ ਵਿੱਚ ਹੀ ਕਰਾਂਗੇ। ਹਾਂਜੀ, ਮਿੱਟੀ 'ਚ ਗਰੋ ਕਰਾਂਗੇ। ਉਹ ਇੱਕ ਕਿਸਮ ਦਾ ਜਿਹੜੀ ਸਾਡੀ ਆਉਣ ਵਾਲੀ ਜਨਰੇਸ਼ਨ ਆ ਜਾਂ ਜਿਹੜੇ ਸਾਡੇ ਕਿਸਾਨ ਵੀਰ ਕੰਮ ਕਰ ਰਹੇ ਆ ਉਹਨਾਂ ਨੂੰ ਵੀ ਦੱਸਿਆ ਜਾਏਗਾ ਵੀ ਅਸੀਂ ਮਿੱਟੀ ਦੇ ਵਿੱਚ ਵੀ ਇੱਕ ਅਲੱਗ ਚੀਜ਼ ਗਰੋ ਕਰ ਸਕਦੇ। ਜਿਵੇਂ ਕਈ ਸਾਨੂੰ ਸਵਾਲ ਕਰਦੇ ਆ ਵੀ ਇਹ ਮਿੱਟੀ ਨਹੀਂ, ਇਹ ਤਾਂ ਤੁਸੀਂ ਇੱਕ ਇੰਡਸਟਰੀ ਯੂਜ਼ ਕੀਤੀ ਆ ਵੀ ਜ਼ਮੀਨ ਤੋਂ ਉੱਠ ਕੇ, ਉਹ ਆਪਾਂ ਜ਼ਮੀਨ ਦੇ ਵਿੱਚ ਹੀ ਗਰੋ ਕਰਾਂਗੇ। ਅੱਛਾ, ਉਧਰ 12 ਦਿਨ ਦਾ ਜਿਹੜਾ ਬੀਜ ਤਿਆਰ ਹੋ ਗਿਆ, ਬੀਜ ਤੋਂ ਬਾਅਦ ਫਿਰ ਕੀ ਪ੍ਰੋਸੈਸ ਹੈਗਾ ਉਹ ਵੀ ਨਾਲ ਦੀ ਨਾਲ ਦਿਖਾਓ ਕਿ ਅਗਲੇ ਰੂਮ ਦੇ ਵਿੱਚ ਹੈਗਾ। ਤਾਂ ਟੈਂਪਰੇਚਰ ਜਿਹੜੇ ਆ ਸਾਰੇ ਰੂਮ ਦੇ ਉਹ ਸੈੱਟ ਕੀਤੇ ਹੋਏ ਨੇ, ਤਾਂ ਬੜੇ ਵਧੀਆ ਬੜੇ ਸ਼ਾਨਦਾਰ ਤਰੀਕੇ ਨਾਲ ਇਹ ਟੈਕਨੋਲੋਜੀ ਯੂਜ਼ ਕੀਤੀ ਹੋਈ ਆ। ਤਾਂ ਜਿਹੜੇ ਇਸ ਕਮਰੇ ਦੇ ਵਿੱਚ ਵੜਨ ਲੱਗੇ ਆ, ਇਹਦੇ ਵਿੱਚ ਤੁਹਾਨੂੰ ਹੁਣ ਅਸੀਂ ਦਿਖਾਵਾਂਗੇ ਕਿ ਪ੍ਰੋਡਕਸ਼ਨ ਕਿਸ ਤਰੀਕੇ ਨਾਲ ਜਿਹੜੀ ਆ ਉਹ ਤਿਆਰ ਹੁੰਦੀ ਆ। ਬੀ ਬਣਨ ਤੋਂ ਬਾਅਦ ਕੀ ਕੁਝ ਕੀਤਾ ਜਾਣਾ ਹੈ। ਤਾਂ ਹਰਮਨ, ਬੀ ਜਦੋਂ 12 ਦਿਨ ਦਾ ਤਿਆਰ ਹੋ ਗਿਆ ਤਾਂ ਉਸ ਤੋਂ ਬਾਅਦ ਕੀ ਕੁਝ ਹੋਣਾ ਹੈ? ਉਸ ਆ ਤੁਸੀਂ ਦੇਖ ਸਕਦੇ ਕਿ 12 ਦਿਨ ਤੋਂ ਬਾਅਦ ਆ ਜਿਹੜੇ ਬੈਗ ਆ ਪ੍ਰੋਪਰ ਵਾਈਟ ਹੋ ਗਏ ਨੇ ਜੀ। ਇਹਦੇ ਵਿੱਚ ਪੂਰੀ ਫੰਗਸ ਗਰੋ ਕਰ ਚੁੱਕੀ ਹੈ ਜੀ। ਤੁਸੀਂ ਆ ਵੀ ਦੇਖ ਸਕਦੇ ਆ, ਇਹਦੇ ਵਿੱਚ ਫੰਗਸ ਗਰੋ ਕੀਤੀ ਹੋਈ ਹੈ। ਆ ਦੇਖੋ ਇੱਧਰ ਸਾਰੇ ਫੰਗਸ ਹੈ ਸਾਰੀ। ਹਾਂਜੀ ਹਾਂਜੀ, ਉਹ ਜਿਹੜੀ ਆਪਾਂ ਬੈਗ ਦੇ ਵਿੱਚ ਦੇਖ ਰਹੇ ਸੀ ਉਸ ਤੋਂ ਬਾਅਦ 12 ਦਿਨ ਤੋਂ ਬਾਅਦ ਇੱਕ ਜਿਹੜੀ ਆ ਕੁਆਇਰ ਪਿੱਤ ਆ, ਇਹ ਆਪਾਂ ਵਿੱਚ ਪਾ ਰਹੇ ਹਾਂ ਤਾਂ ਕਿ ਇਹਦੀ ਜਿਹੜੀ ਵਾਟਰ ਹੋਲਡਿੰਗ ਕਪੈਸਿਟੀ, ਇਹਨੂੰ 90% ਮੋਇਸਚਰ ਚਾਹੀਦਾ ਤੇ ਇਹਦੀ ਵਾਟਰ ਹੋਲਡਿੰਗ ਕਪੈਸਿਟੀ ਬਹੁਤ ਹੁੰਦੀ ਹੈ। ਇਹਦੇ ਵਿੱਚ ਅਸੀਂ ਇਹ ਮੋਇਸਚਰ ਮੇਨਟੇਨ ਕੀਤਾ ਹੋਇਆ ਤੇ ਜਿਹੜਾ ਉਹ ਫੰਗਸ ਸੀ ਉਹ ਇਸ ਦੇ ਵਿੱਚ ਗਰੋ ਹੋ ਗਈ ਹੈ ਤੇ ਤੁਸੀਂ ਦੇਖ ਸਕਦੇ ਹੋ ਛੋਟੀ ਛੋਟੀ ਮਸ਼ਰੂਮ ਜਿਹੜੀ ਹੈ ਬਣਨੀ ਸਟਾਰਟ ਹੋ ਗਈ ਹੈ। ਇਹ ਜਿਹੜੀ ਹੈ ਇਹਨੂੰ ਇਸ ਟਾਈਮ ਇਹਦੇ ਵਿੱਚ 800 ppm CO2 ਲੈਵਲ ਹੈ ਤੇ ਇਹਦੇ ਕਿਉਂਕਿ ਜਿਹੜੀ ਕੋਈ ਵੀ ਜੀਂਦੀ ਚੀਜ਼ ਆ ਉਸ ਨੂੰ ਆਕਸੀਜਨ ਦੀ ਜ਼ਰੂਰਤ ਹੁੰਦੀ ਹੈ ਤੇ ਜਿਹੜਾ ਇਹਦਾ ਟੈਕਨੀਕਲੀ ਰੀਜ਼ਨ ਆ, ਇੱਕ ਤਾਂ ਵਾਟਰ ਹੋਲਡਿੰਗ ਕਪੈਸਿਟੀ ਹੈ, ਦੂਸਰਾ ਕਿ ਜੇਕਰ ਅਸੀਂ ਸਪੌਨ ਫੈਲਣ ਤੋਂ ਬਾਅਦ ਬੀਜ ਫੈਲਣ ਤੋਂ ਬਾਅਦ ਜੇਕਰ ਕੇਸਿੰਗ ਨਹੀਂ ਪਾਉਂਦੇ ਤਾਂ ਆਪਾਂ ਮਨ ਨੂੰ 6 ਮਹੀਨੇ ਰੱਖ ਛੱਡੋ ਮਸ਼ਰੂਮ ਨਹੀਂ ਆਏਗੀ। ਅੱਛਾ ਜੀ। ਬੇਸਿਕ ਅਸੀਂ ਜਦੋਂ ਇਹ ਕੇਸਿੰਗ ਇਹਦੇ ਉੱਤੇ ਪਾਉਂਦੇ ਆ, ਕਿਸਮ ਦਾ ਅਸੀਂ ਸ਼ੌਕ ਦਿੰਦੇ ਆ ਇਹਨੂੰ ਵੀ ਤੈਨੂੰ ਮਾਰ ਦੇਣਾ। ਜਿਹੜੀ ਫੰਗਸ ਆ ਉਹ ਇੱਕ ਕਿਸਮ ਦਾ ਮਹਿਸੂਸ ਕਰਦੀ ਵੀ ਮੈਨੂੰ ਮਾਰ ਦੇਣਾ ਤੇ ਡਰ ਦੇ ਵਿੱਚ ਆਪਣੇ ਬਚਾਅ ਦੇ ਵਿੱਚ ਆਪਣਾ ਰੂਪ ਜਿਹੜਾ ਬਦਲਦੀ ਹੈ ਤੇ ਉਹ ਕਨਵਰਟ ਮਸ਼ਰੂਮ ਦੇ ਵਿੱਚ ਹੋ ਜਾਂਦੀ ਹੈ। ਇਸ ਤੋਂ ਬਾਅਦ ਤਾਂ ਫਿਰ ਮੈਨੂੰ ਲੱਗਦਾ ਵੀ ਹੁਣ ਮਸ਼ਰੂਮ ਬਣਨੀ ਹੋਈ ਆ, ਹੁਣ ਤਾਂ ਜਿਹੜੇ ਆ ਪ੍ਰੋਡਕਟ ਉਹ ਬਣ ਕੇ ਤਿਆਰ ਹੋਣਾ। ਤਾਂ ਹਰਮਨ, ਇੱਕ ਗੱਲ ਇਹ ਵੀ ਨਾਲ ਦੀ ਨਾਲ ਦੱਸੋ ਕਿ ਰੋਜ਼ ਦੀ ਤੁਸੀਂ ਕਿੰਨੀ ਕੁ ਪ੍ਰੋਡਕਸ਼ਨ ਤਿਆਰ ਕਰ ਲੈਂਦੇ ਹੋ, ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਇਹ ਏਡਾ ਪਲਾਂਟ ਲਾਇਆ ਤਾਂ ਡੇਲੀ ਦੀ ਪ੍ਰੋਡਕਸ਼ਨ ਹੋਵੇਗੀ, ਤਾਂ ਡੇਲੀ ਦੀ ਪ੍ਰੋਡਕਸ਼ਨ ਕਿੰਨੀ ਕੁ ਕਰ ਦਿੰਦੇ ਹੋ ਤੁਸੀਂ? ਸਾਡੀ ਜੋ ਇਸ ਟਾਈਮ ਪਰ ਡੇ ਪ੍ਰੋਡਕਸ਼ਨ ਆ 6 ਤੋਂ ਲੈ ਕੇ 700 ਕਿਲੋ ਦੇ ਆਸ-ਪਾਸ ਹੈਗੀ ਹੈ।
ਇਹ ਤੁਸੀਂ ਮੰਡੀਆਂ ਦੇ ਵਿੱਚ ਦਿੰਦੇ ਹੋ, ਕਿਤੇ ਤੁਹਾਡਾ ਕੋਈ ਆਪਣਾ ਸ਼ੋਰੂਮ ਹੈ ਕੋਈ, ਕਿ ਜਾਂ ਫਿਰ ਤੁਸੀਂ ਕਿੱਥੇ ਦਿੰਦੇ ਹੋ? ਦੇਖੋ ਇਸ ਟਾਈਮ ਮਸ਼ਰੂਮ ਦੀ ਡਿਮਾਂਡ ਦੀ ਕੋਈ ਦਿੱਕਤ ਨਹੀਂ, ਬਹੁਤ ਡਿਮਾਂਡ ਹੈ, ਬਟ ਜਿਹੜਾ ਸਾਡਾ ਆ ਇਹ ਅਸੀਂ ਕੰਪਨੀ ਨਾਲ ਕੰਟੈਕਟ ਕੀਤਾ ਹੈ। ਸਾਡਾ ਜਿੰਨਾ ਵੀ ਮਾਲ ਆ ਸਾਰਾ ਕੰਪਨੀ ਉਠਾਉਂਦੀ ਹੈ, ਉਹ ਕੁਆਲਿਟੀ ਉਹਨਾਂ ਕੋਲ ਪਾਸ ਹੋਣੀ ਚਾਹੀਦੀ ਸਿੰਪਲ, ਤੇ ਸਾਡਾ ਟੋਟਲ ਮਾਲ ਉਹਨਾਂ ਨੂੰ ਜਾ ਰਿਹਾ। ਅੱਛਾ, ਇਹ ਗੱਲ ਇਹ ਵੀ ਮੈਂ ਪੁੱਛ ਲੈਣਾ ਚਾਹੁੰਦਾ ਵੀ ਤੁਹਾਡੇ ਮਾਲ ਤੇ ਕਿਉਂ ਭਰੋਸਾ ਕੀਤਾ ਜਾਵੇ, ਕਿੱਦਾਂ ਭਰੋਸਾ ਕੀਤਾ ਜਾਵੇ, ਜੇ ਚੈੱਕ ਕਰਨਾ ਤੇ ਕਿੱਥੇ ਕੀਤਾ ਜਾਵੇ ਜਾਂ ਕਿਵੇਂ ਭਰੋਸਾ ਕੀਤਾ ਜਾਵੇ? ਭਾਜੀ ਖਾ ਕੇ ਪਤਾ ਲੱਗ ਜਾਣਾ। ਹਾਂ, ਉਸ ਦਾ ਸਵਾਦ ਅਲੱਗ ਹੋਏਗਾ, ਉਸ ਦੀ ਸੋਲਿਡਨੈਸ ਹੋਏਗੀ, ਉਸ ਦੇ ਜਿਹੜੇ ਗਿਲਸ ਆ ਉਹ ਪ੍ਰੋਪਰ ਨਾਲ ਸੋਲਿਡ ਹੋਣਗੇ, ਤੇ ਜਿਹੜੀ ਮਸ਼ਰੂਮ ਜਿਹੜੀ ਪੋਲੀ ਹੋਵੇ ਉਹਦਾ ਸਵਾਦ ਪ੍ਰੋਪਰ ਨਹੀਂ ਆਉਂਦਾ ਹੁੰਦਾ। ਹਾਂਜੀ, ਤਾਂ ਉਸ ਤੋਂ ਬਾਅਦ ਹੁਣ ਪ੍ਰੋਡਕਸ਼ਨ ਜਿਹੜੀ ਆ ਉਹ ਤਿਆਰ ਹੋ ਜਾਣੀ ਆ, ਉਹ ਕਿਵੇਂ ਦੀ ਲੱਗਦੀ ਆ ਇਹ ਵੀ ਤੁਹਾਨੂੰ ਦਿਖਾ ਦਿੰਦੇ। ਇੱਕ ਹਰਮਨ ਮੈਂ ਇੱਕ ਛੋਟੇ ਜਿਹੇ ਫਾਰਮ 'ਚ ਗਿਆ ਸੀਗਾ, ਉਹਨਾਂ ਨੇ ਏਡਾ ਇਹ ਜਿਹੜਾ ਵਾ ਉਹ ਏਸੀ ਵਾਲਾ ਸਿਸਟਮ ਨਹੀਂ ਸੀ ਲਾਇਆ, ਫਿਰ ਉਹ ਕਿਵੇਂ ਐਡਜਸਟ ਕਰਦੇ ਨੇ ਮਸ਼ਰੂਮ? ਉਹ ਸਰ ਉਹ ਸੀਜ਼ਨਲ ਜੋ ਕੁਦਰਤੀ ਤੌਰ ਤੇ ਸਾਨੂੰ ਠੰਡ ਮਿਲਦੀ ਹੈ, ਜਿਵੇਂ ਕਿ ਅਕਤੂਬਰ ਨਵੰਬਰ ਦਸੰਬਰ ਮਹੀਨੇ, ਉਸ ਠੰਡ ਦਾ ਫਾਇਦਾ ਲੈਂਦੇ ਆ ਤੇ ਉਸ ਦੇ ਵਿੱਚ ਜਿਹੜੀ ਮਸ਼ਰੂਮ ਗਰੋ ਕਰਦੇ ਆ, ਤੇ ਅਸੀਂ ਇਹ ਜਿਹੜੀ ਪ੍ਰੋਪਰ ਟੈਂਪਰੇਚਰ ਮੇਨਟੇਨ ਕਰਨ ਵਾਸਤੇ ਇੱਕ ਅਲੱਗ ਇਨਫਰਾਸਟ੍ਰਕਚਰ ਰੈਡੀ ਕਰਨਾ ਪੈਂਦਾ, ਤੇ ਇਸ ਲਈ ਫਿਰ ਉਹਨਾਂ ਕੋਲ ਇਹ ਇਨਫਰਾਸਟ੍ਰਕਚਰ ਨਹੀਂ, ਉਹ ਜਿਹੜਾ ਰੁੱਤ ਦੇ ਹਿਸਾਬ ਦੇ ਨਾਲ ਕਰਦੇ। ਤਾਂ ਹੁਣ ਤੁਹਾਨੂੰ ਫਾਈਨਲ ਪ੍ਰੋਡਕਸ਼ਨ ਦਿਖਾਉਂਦੇ ਆ ਕਿ ਫਾਈਨਲ ਪ੍ਰੋਡਕਸ਼ਨ ਬਣ ਕੇ ਤਿਆਰ ਹੋ ਚੁੱਕੀ ਹੈ ਤੇ ਉਹ ਕਿਵੇਂ ਦੀ ਲੱਗਦੀ ਹੈ, ਤਾਂ ਉਹ ਵੀ ਦੇਖੋ ਕਿ ਤੁਸੀਂ। ਇਹ ਹੁਣ ਹੋ ਰਹੀ ਹੈ, ਹਾਲਾਂਕਿ ਇਹਦਾ ਸਾਈਜ਼ ਜਿਹੜਾ ਉਹ ਹੋਰ ਵੱਡਾ ਹੋਵੇਗਾ। ਤਾਂ ਹਰਮਨ ਇਹ ਕਿੰਨੇ ਚਿਰ ਦੀ ਮਸ਼ਰੂਮ ਹੈ? ਇਹ ਸਰ 24 ਘੰਟੇ ਤੱਕ ਇਹਦੀ ਪ੍ਰੋਪਰ ਪਲਕਿੰਗ ਵਾਸਤੇ ਰੈਡੀ ਹੋ ਜਾਏਗੀ। ਬੇਸਿਕਲੀ ਇਹ ਸੈਕੰਡ ਕ੍ਰੌਪ ਆ, ਜਿਵੇਂ ਬਰਸੀਨ ਦੇ ਲੌ ਨਹੀਂ ਹੁੰਦੇ ਵੀ ਇੱਕ ਲੌ ਵੱਢ ਲਿਆ ਤਾਂ ਦੂਜਾ ਆ ਗਿਆ, ਇਸੇ ਤਰ੍ਹਾਂ ਇਹ ਇਸ ਦਾ ਸੈਕੰਡ ਫਲਸ਼ ਆ। ਪਹਿਲਾ ਫਲਸ਼ ਲੈ ਲਿਆ ਗਿਆ ਹੈ, ਤੇ ਉਸ ਤੋਂ ਬਾਅਦ ਇੱਕ ਕ੍ਰੌਪ ਅਸੀਂ ਹੋਰ ਲਵਾਂਗੇ, 3 ਫਲਸ਼ ਲੈ ਕੇ। ਫਿਰ ਜਿਹੜੀ ਇਹ ਇੱਕ ਮੈਂ ਵਿਸ਼ੇਸ਼ ਤੌਰ ਤੇ ਦੱਸਣਾ ਚਾਹੁੰਦਾ ਜੀ ਵੀ ਮਸ਼ਰੂਮ ਇੱਕ ਇਹੋ ਜਿਹੀ ਚੀਜ਼ ਆ ਜਿਹੜੀ ਅਸੀਂ ਐਗਰੀਕਲਚਰ ਦੀ ਵੇਸਟ ਲੈਂਦੇ ਆ, ਜਿਵੇਂ ਕਿ ਤੂੜੀ ਲੈ ਲਈ, ਪਰਾਲੀ ਲੈ ਲਈ, ਇਵੇਂ ਹੁਣ ਸਾਡੇ ਬੈਚ ਚੱਲ ਰਿਹਾ ਸਰੋਂ ਤੇ ਮਸਟਰਡ ਦੇ, ਉਹ ਅਸੀਂ ਕਾਮਯਾਬ ਕੀਤੇ ਆ, ਮਸਟਰਡ ਤੇ ਵੀ ਚੱਲ ਰਿਹਾ, ਤੇ ਮਸ਼ਰੂਮ ਦੀ ਵੇਸਟ ਮੁੜ ਕੇ ਫੇਰ ਖੇਤਾਂ 'ਚ ਜਾਂਦੀ ਹੈ। ਇਹ ਫਿਰ ਤੁਸੀਂ ਕਿਹਨਾਂ ਨੂੰ ਇਹ ਵੀ ਦਿੰਦੇ ਹੋ ਕਿ ਜਾਂ ਫਿਰ ਆਪਣੇ ਖੇਤਾਂ 'ਚ ਪਾਉਂਦੇ ਹੋ? ਇਹ ਸਾਡੇ ਸਾਰੇ ਆਪਣੇ ਖੇਤਾਂ 'ਚ ਯੂਜ਼ ਹੁੰਦੀ ਹੈ। ਹਾਂਜੀ, ਤੇ ਜਦੋਂ ਜਿਸ ਖੇਤ ਵਿੱਚ ਇਹ ਯੂਜ਼ ਹੁੰਦੀ ਹੈ ਉਸ ਖੇਤ ਵਿੱਚ ਫਰਟੀਲਾਈਜ਼ਰ ਬਹੁਤ ਘੱਟ ਲੋੜ ਪੈਂਦੀ ਹੈ, ਤੇ ਸੈਕੰਡ ਇਹਦਾ ਬੈਨੀਫਿਟ ਇਹ ਹੁੰਦਾ ਵੀ ਖੇਤ ਵਿੱਚ ਨਦੀਨ ਨਹੀਂ ਹੁੰਦਾ। ਅੱਛਾ ਜੀ। ਇੱਕ ਖੇਤ ਨੂੰ ਪੋਲਾ ਕਰ ਦਿੰਦੀ ਆ, ਤੇ ਜਿਹੜੀ ਕਿ ਪੀਐਚ ਲੈਵਲ ਮੇਨਟੇਨ ਕਰਦੀ ਹੈ, ਇਹਦੇ ਵਿੱਚ ਨਾਈਟ੍ਰੋਜਨ ਆਪਣੇ ਆਪ 'ਚ ਵੀ ਹੁੰਦੀ ਹੈ। ਤੋ ਇਹ ਤਾਂ ਇੱਕ ਸਾਈਕਲ ਹੈ ਜੀ। ਐਗਰੀਕਲਚਰ ਦੀ ਵੇਸਟ ਅਸੀਂ ਮਸ਼ਰੂਮ 'ਚ ਯੂਜ਼ ਕੀਤੀ, ਤੇ ਮਸ਼ਰੂਮ ਦੀ ਵੇਸਟ ਮੁੜ ਕੇ ਫੇਰ ਐਗਰੀਕਲਚਰ 'ਚ ਯੂਜ਼ ਕਰ ਲਈ। ਅੱਛਾ, ਆ ਤੁਸੀਂ ਕੱਟ ਕੇ ਰੱਖੇ ਵੀ ਹੋਏ ਆ, ਵੱਖਰੇ ਵੱਖਰੇ ਸਾਈਜ਼ ਵੀ ਹੈਗੇ ਆ। ਦੇਖੋ ਕਿ ਕਿੱਡੇ ਸ਼ਾਨਦਾਰ ਤਰੀਕੇ ਨਾਲ ਐਡੀ ਸਫਾਈ ਵਾਲੀ ਜਿਹੜੀ ਮਸ਼ਰੂਮ ਆ ਮੈਂ ਪਹਿਲੀ ਵਾਰੀ ਦੇਖ ਰਿਹਾ, ਨਹੀਂ ਤਾਂ ਮੈਂ ਤਾਂ ਹਰਮਨ ਦਾਗੀ ਜਿਹੀ ਦੇਖੀ ਅੱਜ ਕੱਲ੍ਹ। ਬਿਲਕੁਲ ਜੀ, ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਉਹ ਸਾਡੇ ਗਾਹਕ ਹੀ ਸਾਡੀ ਕੁਆਲਿਟੀ ਜਿਹੜੀ ਆ ਸਾਨੂੰ ਦੱਸ ਦਿੰਦੇ ਵੀ ਕਿਹੋ ਜਿਹਾ ਮਾਲ ਆ। ਇਹ ਇਸ ਟਾਈਮ 16 ਡਿਗਰੀ ਤੇ ਪਿਆ ਆ, ਸੁਕਾਈ ਵਾਸਤੇ ਵਾਸ਼ ਹੋਇਆ ਆ। ਇਸ ਤੋਂ ਬਾਅਦ ਇਹਨੂੰ 2 ਘੰਟੇ ਵਾਸਤੇ ਇਹਦਾ ਮੋਇਸਚਰ ਲੈਵਲ ਮੇਨਟੇਨ ਕਰਨਾ, ਫਿਰ ਇਹ ਪੈਕਿੰਗ ਹੋ ਜਾਏਗੀ ਇਸਦੀ, ਤੇ ਮਾਰਕੀਟਿੰਗ ਵਾਸਤੇ ਸਟਾਰਟ ਹੋ ਜਾਏਗੀ। ਅੱਛਾ, ਕੱਲਾ ਤੁਸੀਂ ਕੰਪਨੀ ਦੇ ਨਾਲ ਹੀ ਲਿੰਕ ਕੀਤਾ ਕਿ ਜਾਂ ਜੇ ਤੁਹਾਡੇ ਕੋਲ ਕੋਈ ਪਿੰਡ ਵਾਲਾ ਆਵੇ ਜਾਂ ਕੋਈ ਨੇੜੇ ਤੇੜੋਂ ਆਵੇ ਉਹਨਾਂ ਨੂੰ ਵੀ ਦੇ ਦਿੰਦੇ ਹੋ? ਨਹੀਂ, ਉਹਨਾਂ ਨੂੰ ਵੀ ਦੇ ਦਿੱਤੀ ਜੀ, ਆਪਣਾ ਭਾਈਚਾਰਕ ਸਾਂਝ ਤਾਂ ਰੱਖਣੀ ਪੈਂਦੀ ਹੈ। ਹਾਂ, ਠੀਕ ਹੈ। ਤਾਂ ਮੈਂ ਹੁਣ ਅਖੀਰ ਦੇ ਵਿੱਚ ਇਹੀ ਪੁੱਛਣ ਲੱਗਾ ਕਿ ਕਿੰਨੇ ਕੁ ਰੁਪਏ ਕਿਲੋ ਨੂੰ ਤੁਸੀਂ ਫਿਰ ਇਹ ਜਿਹੜਾ ਵਾ ਆਮ ਜਿਹੜੇ ਲੋਕ ਇੱਥੇ ਆਉਂਦੇ ਨੇ ਪਿੰਡੋਂ ਜਾਂ ਇੱਥੋਂ ਨੇੜੇ ਤੇੜੋਂ, ਕਿੰਨੇ ਕੁ ਨੂੰ ਦਿੰਦੇ ਹੋ ਫਿਰ ਤੁਸੀਂ? ਪਰ ਇਹਦਾ ਜਿਹੜਾ ਰੇਟ ਵਾਧਾ ਘਟਦਾ ਰਹਿੰਦਾ, ਜਿਹੜਾ ਅਸੀਂ ਲੋਕਲ ਸਾਡਾ ਕੋਈ 125 ਤੋਂ ਲੈ ਕੇ 150 ਰੁਪਈਆ ਰੇਟ ਜਿਹੜਾ ਆਪਾਂ ਦੇ ਦੀਦਾ ਆ, ਵੀ ਜਿਹੜਾ ਕਿਉਂਕਿ ਉਹ ਕਿਲੋ 2 ਕਿਲੋ ਵੀ ਆਮ ਬਾਹਰ ਮਿਲਦੀ ਹੈ। ਹਾਂਜੀ, ਉਹ ਕਿਲੋ 2 ਕਿਲੋ ਵਾਸਤੇ ਭਾਜੀ ਨਹੀਂ ਬਾਰਗੇਨਿੰਗ ਜਾਂ ਡੇਲੀ ਰੇਟ ਕਰਦੇ ਚੰਗੇ ਵੀ ਨਹੀਂ ਲੱਗਦੇ। ਜਿੱਥੇ ਕਰਨਾ ਹੁੰਦਾ ਫਿਰ ਉੱਥੇ ਅਸੀਂ ਰੁਪਈਏ ਪਿੱਛੇ ਵੀ ਅੜੀਦਾ ਜਿਹੜੇ ਕੰਪਨੀ ਨਾਲ, ਪਰ ਇਹ ਸਾਡੀ ਇੱਕ ਜਿਵੇਂ ਕਹਿ ਲਿਆ ਭਾਈਚਾਰਕ ਸਾਂਝ ਜਿੱਥੇ ਹੋਵੇ, ਤੇ ਉੱਥੇ ਕੋਈ ਪੈਸੇ ਦੀ ਬੜੀ ਅਹਿਮੀਅਤ ਨਹੀਂ। ਹਾਂ, ਜਿਹੜਾ ਸਾਡਾ ਕੋਸਟ ਹੁੰਦੀ ਹੈ ਤਾਂ ਜ਼ਰੂਰ ਇੱਕ ਸਾਡਾ ਹੱਕ ਵੀ ਬਣਦਾ ਲੈਣਾ, ਬਟ ਆਪਾਂ ਜੋ ਇੱਕ ਜੈਨੂਇਨ ਜਿਹਾ ਪ੍ਰਾਈਸ ਆ ਉਹ ਆਪਾਂ ਲੈ ਲਈਦਾ। ਹਰਮਨ, ਮੈਂ ਲਾਸਟ 'ਚ ਇਹ ਪੁੱਛਣਾ ਚਾਹੁੰਦਾ ਵੀ ਕੋਈ ਕੈਨੇਡਾ ਨਹੀਂ ਗਏ, ਅਮਰੀਕਾ ਨਹੀਂ ਗਏ, ਉਹਦਾ ਮਲਾਲ ਤੇ ਨਹੀਂ ਮਨ ਦੇ ਵਿੱਚ? ਖੁਸ਼ੀ ਆ ਬਹੁਤ ਜ਼ਿਆਦਾ ਜੀ ਕਿ ਨਹੀਂ ਗਏ। ਹਾਂਜੀ, ਜੇ ਚਲ ਜਾਂਦੇ ਮੈਂ ਫਸ ਜਾਣਾ ਸੀ, ਕਿਉਂਕਿ ਹੁਣ ਸਾਡੇ ਕੋਲ ਬਾਹਰੋਂ ਬੰਦੇ ਆ ਰਹੇ ਦੇਖਣ, ਸਾਡੀ ਪਹਿਚਾਣ। ਈਵਨ ਕੱਲ ਹੀ ਇੱਕ ਕੈਨੇਡਾ ਦੀ ਕੈਲਗਰੀ ਦੀ ਆ ਪਾਰਟੀ, ਉਹਨਾਂ ਦੇ ਰਿਲੇਟਿਵ ਇੱਥੇ ਮਸ਼ਰੂਮ ਗਰੋ ਕਰ ਰਹੇ, ਤੇ ਉਹ ਸਪੈਸ਼ਲ ਫੋਨ ਆਇਆ ਸੀ ਵੀ ਸਾਨੂੰ ਪਿਛਲੀ ਵਾਰੀ ਤੁਹਾਡੇ ਕੋਲ ਵੀਜ਼ ਨਹੀਂ ਮਿਲਿਆ, ਇਸ ਵਾਰ ਸਾਡਾ ਬੁੱਕ ਕਰ ਲਓ। ਹੁਣ ਤੁਸੀਂ ਸਾਡੇ ਕੋਲ ਆਏ ਆ, ਮਸ਼ਰੂਮ ਫਾਰਮ ਸੀਗਾ, ਜੇ ਅਸੀਂ ਨਾ ਹੁੰਦਾ ਜਾਂ ਮੈਂ ਕੈਨੇਡਾ ਹੀ ਗਿਆ ਹੁੰਦਾ ਤਾਂ ਤੁਸੀਂ ਸਾਡੇ ਕੋਲ ਥੋੜਾ ਹੋਣਾ ਸੀ। ਮੇਰੀ ਕੀ ਉਪਲਬਧੀ ਸੀ, ਮੈਂ ਕੈਨੇਡਾ ਤੋਂ ਆਇਆ ਸੀ, ਡੈਟਸ ਇਟ। ਬਟ ਮੈਂ ਇੱਥੇ ਮਸ਼ਰੂਮ ਗਰੋ ਕਰ ਰਿਹਾ, ਤੇ ਤੁਹਾਡੇ ਰਹੀਆਂ ਵਧੀਆ ਪਰਸਨੈਲਿਟੀ ਸਾਡੇ ਕੋਲ ਆ ਰਹੀਆਂ, ਤੇ ਉਹ ਸਾਡੀ ਖੁਸ਼ਕਿਸਮਤੀ। ਅੱਛਾ, ਤੁਸੀਂ ਆ ਮੈਨੂੰ ਦੱਸ ਕੇ ਹੋਰ ਮੈਨੂੰ ਥੋੜਾ ਜਿਹਾ ਆਪਾਂ 1-2 ਸਵਾਲ ਹੋਰ ਕਰ ਲੈਂਦੇ। ਜਿਵੇਂ ਕੈਨੇਡਾ ਤੋਂ ਤੁਸੀਂ ਦੱਸਿਆ ਵੀ ਉਹ ਆ ਰਹੀ ਹੈ, ਫਰਮ ਆ ਰਹੀ ਹੈ, ਹੋਰ ਵੀ ਕਿਸੇ ਦੇਸ਼ ਤੋਂ ਤੁਹਾਡੇ ਤੱਕ ਪਹੁੰਚ ਕੀਤੀ ਕਿ ਤੁਸੀਂ ਸਾਨੂੰ ਸਪਲਾਈ ਕਰੋ? ਜਿਹੜੀ ਭਾਜੀ ਮਸ਼ਰੂਮ ਹੈ ਇਹਦੀ ਜਿਹੜੀ ਐਕਸਪੋਰਟ ਥੋੜੀ ਜਿਹੀ ਮੁਸ਼ਕਲ ਆ, ਕਿਉਂਕਿ ਇਹਦੀ ਲਾਈਫ ਸਾਈਕਲ ਬਹੁਤ ਘੱਟ ਆ। ਉਹਦਾ ਇੱਕ ਹੱਲ ਹੈਗਾ ਆ ਵੀ ਉਹਦੀ ਕੈਨਿੰਗ ਯੂਨਿਟ ਪ੍ਰੋਸੈਸਿੰਗ ਕੀਤੀ ਜਾਵੇ, ਬਟ ਉਹ ਇੱਕ ਅਲੱਗ ਪਲਾਂਟ ਹੋ ਜਾਂਦਾ, ਉਹਦੇ ਵਾਸਤੇ ਇੱਕ ਕੈਨਿੰਗ ਯੂਨਿਟ। ਵੈਸੇ ਸਾਡੇ ਕੋਲ ਬੋਇਲਰ ਵਗੈਰਾ, ਆਟੋਕਲੇਵ ਵਗੈਰਾ ਸਾਰਾ ਕੁਝ ਲੱਗੇ ਪਏ ਆ,
ਬਟ ਉਹ ਇੱਕ ਅਲੱਗ ਪ੍ਰੋਜੈਕਟ ਬਣ ਜਾਂਦਾ ਆ ਤੇ ਉਹਦੇ ਵਾਸਤੇ ਦੋ ਚੀਜ਼ਾਂ ਹੁੰਦੀਆਂ। ਇੱਕ ਤਾਂ ਪਹਿਲਾਂ ਸਾਨੂੰ ਕੈਨਿੰਗ ਕਰਕੇ ਉਸ ਦਾ ਸਟਾਕ ਰੱਖਣਾ ਪੈਂਦਾ, ਇੱਕ ਬਿਗ ਅਮਾਊਂਟ ਜਿਹੜੀ ਇਨਵੈਸਟ ਹੋ ਜਾਂਦੀ ਆ ਉਹਦੀ ਸਟਾਕ ਵਾਸਤੇ। ਜਿਹੜਾ ਹੁਣ ਸਾਡੇ ਕੋਲ ਇਸ ਟਾਈਮ ਫਰੈਸ਼, ਜਿਵੇਂ ਇੱਕ ਸੌਖੇ ਸ਼ਬਦਾਂ 'ਚ ਵੀ ਜਿਹੜਾ ਦੁੱਧ ਵਿਕਦਾ ਉਹਨੂੰ ਪਨੀਰ ਬਣਾਉਣ ਦੀ ਲੋੜ ਨਹੀਂ, ਹੁਣ ਜਿਹੜੀ ਫਰੈਸ਼ ਮਸ਼ਰੂਮ ਵਿਕ ਰਹੀ ਆ ਸੋ ਸਾਨੂੰ ਉਹ ਦੇਖਲ ਚੱਲਣ 'ਚ ਪਏ। ਜਿਹੜੇ ਕੈਨੇਡਾ ਵਾਲੀ ਫਰਮ ਸੀ ਇਹਨੇ ਤੁਹਾਡੇ ਕੋਲ ਬੀਜ ਦੀ ਮੰਗ ਕੀਤੀ? ਬੀਜ ਹੈ ਜੀ, ਉਹ ਸਾਡੇ ਕੋਲ ਸਪੌਂਜ ਆਏਗਾ। ਇਹ ਵੀ ਗੱਲ ਤੁਸੀਂ ਵਧੀਆ ਦੱਸੀ ਕਿ ਕੈਨੇਡਾ ਤੁਸੀਂ ਜਾਣਾ ਸੀਗਾ ਜਿੱਥੇ ਦਿਹਾੜੀਆਂ ਕਰਨੀਆਂ ਸੀ, ਉਹ ਬੰਦੇ ਕੰਪਨੀਆਂ ਜਿਹੜੀਆਂ ਨੇ ਤੁਹਾਡੇ ਕੋਲ ਆ ਰਹੀਆਂ ਨੇ, ਤਾਂ ਬੜਾ ਵਧੀਆ ਲੱਗਿਆ ਹਰਮਨ ਮਿਲ ਕੇ ਤਾਂ ਗੱਲਬਾਤ ਕਰਕੇ। ਇਹ ਮਸ਼ਰੂਮ ਦੀ ਖੇਤੀ ਜਿਹੜੀ ਆ ਆਰਗੈਨਿਕ ਤਰੀਕੇ ਦੇ ਨਾਲ ਇੱਥੇ ਕਰਦੇ ਨੇ। ਤਾਂ ਵੱਡੀ ਗੱਲ ਇਹ ਹੈ ਕਿ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਦੌੜ ਲੱਗੀ ਹੋਈ ਹੈ ਕਿ ਅਸੀਂ ਵਿਦੇਸ਼ਾਂ ਨੂੰ ਜਾਈਏ, ਉੱਥੇ ਜਾ ਕੇ ਕਮਾਈ ਕਰੀਏ, ਚੰਗਾ ਭਵਿੱਖ ਬਣਾਈਏ। ਪਰ ਹਰਮਨ ਨੇ ਇਸ ਸੋਚ ਨੂੰ ਠੁਕਰਾਇਆ, ਇਸ ਚੀਜ਼ ਨੂੰ ਅਪਣਾਇਆ ਕਿ ਮੈਂ ਆਪਣੀ ਖੇਤੀ ਕਰਾਂ, ਆਪਣੇ ਘਰ ਦੇ ਵਿੱਚ ਰਹਾਂ, ਆਪਣੇ ਹੀ ਫੰਕਸ਼ਨ ਨੂੰ ਜਾਂ ਆਪਣੀ ਹੀ ਜਿਹੜੀ ਬਿਜ਼ਨਸ ਨੂੰ ਅੱਗੇ ਹੋਰ ਵਧਾਵਾਂ ਤੇ ਹੋਰ ਲੋਕਾਂ ਦੇ ਲਈ ਵੀ ਇਹ ਸੇਧ ਵਾਲੀ ਗੱਲ ਹੈ ਕਿ ਇਹ ਚੀਜ਼ ਨੂੰ ਅਪਣਾਇਆ ਜਾਵੇ। ਹਾਲਾਂਕਿ ਛੋਟੇ ਪੱਧਰ ਦੇ ਉੱਪਰ ਵੀ ਅਪਣਾਇਆ ਜਾ ਸਕਦਾ। ਇਹਨਾਂ ਦੀ ਤਾਂ ਬਹੁਤ ਪੁਰਾਣੀ, ਕਿਉਂਕਿ 3 ਦਹਾਕੇ ਹੋ ਗਏ ਨੇ, ਇਹਨਾਂ ਦੇ ਫਾਦਰ ਸਾਹਿਬ ਕਰਦੇ ਨੇ, ਚਾਚਾ ਜੀ ਕਰਦੇ ਨੇ, ਤਾਂ ਇਸ ਨੂੰ ਛੋਟੇ ਸਕੇਲ ਤੇ ਵੀ ਸ਼ੁਰੂ ਕੀਤਾ ਜਾ ਸਕਦਾ, ਜਿੱਥੇ ਅਸੀਂ ਕਹਿੰਦੇ ਹਾਂ ਕਿ ਕਿਸਾਨੀ ਜਿਹੜਾ ਲਾਹੇਵੰਦ ਧੰਦਾ ਨਹੀਂ ਰਿਹਾ, ਉਹਨੂੰ ਲਾਹੇਵੰਦ ਇਸ ਤਰੀਕੇ ਦੇ ਨਾਲ ਬਣਾਇਆ ਜਾ ਸਕਦਾ ਹੈ। ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਟਾਂਡਾ, ਪਿੰਡ ਬੁੱਢੀ।